14ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਅੱਜ ਸਾਂਝੀ ਕਰ ਰਹੇ ਹਾਂ। ਇਸ ਪਾਵਨ ਪੌੜੀ ਦੇ ਨਾਲ ਦੋ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਇਹਨਾਂ ਸ਼ਲੋਕਾਂ ਰਾਹੀਂ, ਪੌੜੀ ਰਾਹੀਂ ਗੁਰਦੇਵ ਪਾਤਸ਼ਾਹ ਜੀ ਮਨੁੱਖ ਮਾਤਰ ਨੂੰ ਇੱਕ ਐਸੇ ਜੀਵਨ ਦੀ ਜੁਗਤ ਸਮਝਾ ਰਹੇ ਹਨ ਜਿਸ ਜੀਵਨ ਜੁਗਤ ਦੇ ਅੰਦਰ ਕੋਈ ਵਿਖਾਵਾ ਨਾ ਹੋਵੇ, बनावट ना होवे, धोखा और छल कपट ना होवे, ਅਤੇ ਜਿਸ ਜੀਵਨ ਦੇ ਅੰਦਰ ਮਨੁੱਖ ਦੂਜਿਆਂ ਦੀ ਸੇਵਾ ਕਰ ਸਕੇ, ਦੂਜਿਆਂ ਦਾ ਸਹਿਯੋਗ ਕਰ ਸਕੇ, ਦੂਜਿਆਂ ਦਾ ਆਦਰ ਮਾਨ ਕਰ ਸਕੇ ਔਰ ਜੋ ਅਧੂਰਾ ਹੈ ਉਹਨੂੰ ਪੂਰਨਤਾ ਵੱਲ ਲੈ ਜਾ ਸਕੇ। ਨਾਲ ਗੁਰਦੇਵ ਨੇ ਸਾਨੂੰ ਸਮਝਾਇਆ ਹੈ ਕਿ ਇਹ ਸੰਸਾਰ ਨਾਸ਼ਮਾਨ ਹੈ, ਯਾਨੀ ਹਰ ਮਨੁੱਖ ਨੇ ਇਸ ਦੁਨੀਆ ਨੂੰ ਇੱਕ ਨਾ ਇੱਕ ਦਿਨ ਛੱਡ ਜਾਣਾ ਹੈ। ਤਾਂ ਇਹਦਾ ਮਤਲਬ ਕਿ ਸਾਡੇ ਕੋਲ ਸੀਮਤ ਸਮਾਂ ਹੈ। ਇਸ ਸੀਮਤ ਸਮੇਂ ਦੇ ਅੰਦਰ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਤੇ ਜੋ ਵੀ ਜ਼ਿੰਦਗੀ ਸਾਨੂੰ ਮਿਲੀ ਹੈ, ਇਸ ਜੀਵਨ ਦੇ ਅੰਦਰ ਹਰ ਇਨਸਾਨ ਨੂੰ ਆਪਣੇ ਹੀ ਕੀਤੇ ਹੋਏ ਕਰਮ ਦਾ ਫਲ ਸੁੱਖ ਜਾਂ ਦੁੱਖ ਦੇ ਰੂਪ ਵਿੱਚ ਭੋਗਣਾ ਪੈਂਦਾ ਹੈ ਐਸੀ ਜ਼ਿੰਦਗੀ ਦੇ ਅੰਦਰ। ਤਾਂ ਆਓ बड़े प्यार दे नाल विचार करन दा यतन करिए। गुरुदेव जी पहला वचन करते हैं, सिमल रुख सरायरा अत दीर्घ अत मुच। सरायरा दा मतलब सीधा ते दीर्घ दा मतलब है लंबा, मुच दा मतलब वड्डा यानी मोटा। सिमल एक रुख दा नाम है। गुरु जी कहते हैं सिमल का जो रुख है बड़ा सीधा है, बहुत लंबा है और बड़ा मोटा इहदा तना है। इहदे उत्ते सुंदर टहने टहनियां ने, इस दे उत्ते निक्के निक्के फल लगे ने और फुल लगे हैं। इसकी लंबाई और इसके तने की मोटाई, इहदा खलार, ਇਹਦੇ ਉੱਤੇ ਲੱਗੇ ਫੁੱਲ ਔਰ ਫਲ ਵੇਖ ਕੇ ਇਹ ਵਰਕਸ਼ ਬੜਾ ਸੁਹਾਵਣਾ ਲੱਗਦਾ ਹੈ ਤੇ ਇਹਦੀ ਇਸ ਸੁੰਦਰਤਾ ਔਰ ਸੁਹਾਵਣਾਪਨ ਨੂੰ ਵੇਖ ਕੇ ਕੁਝ ਪੰਛੀ ਆਉਂਦੇ ਨੇ। ਗੁਰੂ ਜੀ ਕਹਿੰਦੇ ਹਨ, ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸ਼ੇ ਕਿਤ। ਓਏ ਦਾ ਮਤਲਬ ਉਹ ਪੰਛੀ ਇਸ ਵਰਕਸ਼ ਦੇ ਉੱਤੇ ਆਸ ਕਰਕੇ ਆਉਂਦੇ ਨੇ। ਤੇ ਪੰਛੀ ਆਸ ਕਾਦੀ ਲੈ ਕੇ ਆਉਂਦੇ ਨੇ? ਭੋਜਨ ਦੀ, ਕਿ ਮੈਨੂੰ ਇੱਥੋਂ ਖੁਰਾਕ ਮਿਲੇਗੀ, ਮੇਰੀ ਇੱਥੋਂ ਲੋੜ ਪੂਰੀ ਹੋਵੇਗੀ, ਫੁੱਲ ਨੇ, ਫਲ ਨੇ, ਪੱਤੇ ਨੇ, ਕੁਝ ਵੀ ਖਾਣ ਵਾਸਤੇ ਮਿਲੇਗਾ, ਮੈਂ ਆਪਣੇ ਤਨ ਦੀ ਭੁੱਖ ਮਿਟਾਵਾਂਗਾ ਔਰ ਮੇਰੇ ਜੀਵਨ ਵਿੱਚ ਖੁਸ਼ੀ ਆਏਗੀ ਔਰ ਮੈਨੂੰ ਜ਼ਿੰਦਗੀ ਮਿਲੇਗੀ। ਓਏ ਜੇ ਆਵਹਿ ਆਸ ਕਰ, ਉਹ ਪੰਛੀ ਆਸ ਕਰਕੇ ਆਉਂਦੇ ਨੇ। ਜਾਹੇ ਨਿਰਾਸ਼ੇ ਕਿਤ, हित का मतलब क्यों? इस रुख ते आस करके आए ते गुरु जी कहते ने इथों निराश होकर क्यों चले गए? निराश मुड़े, निराशा होनी नहीं सी चाहिए पर निराश क्यों मुड़े? ओदा कारण हुण अगली पंक्ति विच दसते ने। इथों निराश इस करके मुड़े ने कि फल फिक्के, इहदे फल जिहड़े ने वो फिक्के ने। पंछी ने आन के चुंझ मारी, फल खान लगा पर फल फिक्के सन। पंछी ने फुल नूं चुंझ मारी कि मैं फुल खा लेना, लेकिन फुल भी बक बके ने, जिस नाल जी कच्चा हुंदा है, खान दे काम नहीं आउंदे। काम ना आवे पत्त, ते इहदे पत्ते भी हुण पंछी दे खान दे काम नहीं आए। इस करके पंछी इथों निराश और परेशान होके उड़ गया। हुण अगली तुक विच कहंदे ने, मिठत नीवी नानका गुण चंगियाइयां तत। इस पंक्ति नूं विचारन तो पहला सानू उत्ते फिर एक झात मारनी पवेगी। हुण सिमल रुख एक प्रतीक वजों वरतिया है ते सिमल रुख दा प्रतीक लैके मनुख मात्र दी जिंदगी बयान कीती है। सिमल रुख बहुत
लंबा है, ਇਹਦਾ तना बड़ा मोटा मजबूत है, ਇਹਦਾ खलारा बड़ा है, फल फुल और पत्ते बहुत ने। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਜਗਤ ਦੇ ਅੰਦਰ ਉਹ ਮਨੁੱਖ ਸਿੰਮਲ ਰੁੱਖ ਵਰਗੇ ਨੇ ਜਿਨ੍ਹਾਂ ਦਾ ਰਾਜਨੀਤਿਕ ਕੱਦ ਬੜਾ ਉੱਚਾ ਹੈ, ਜਿਨ੍ਹਾਂ ਦੀ ਆਰਥਿਕ ਪੋਜੀਸ਼ਨ ਬਹੁਤ ਮਜ਼ਬੂਤ ਹੈ ਔਰ ਜਿਨ੍ਹਾਂ ਦਾ ਸਮਾਜਿਕ ਖਲਾਰਾ ਵੀ ਬੜਾ ਹੈ। ਸਮਾਜਿਕ ਖਲਾਰਾ ਵੀ ਬੜਾ ਹੈ, ਧੀਆਂ ਪੁੱਤਰ ਨੇ, ਭੈਣ ਭਰਾ ਨੇ, ਰਿਸ਼ਤੇਦਾਰ ਨੇ, ਪੈਸਾ ਬਹੁਤ ਹੈ, फाइनेंशियली मजबूत ने, राजनीतिक पहुंच बड़ी है, ਵੱਡੇ ਲੀਡਰਾਂ ਦੇ ਨਾਲ ਬਹਿਣ ਉੱਠਣ ਜਾਂ ਖੁਦ ਲੀਡਰ ਨੇ ਕੁਝ ਵੀ। ਹੁਣ ਪੰਛੀ ਕੌਣ ਹੈ? ਪੰਛੀ ਦਾ ਮਤਲਬ ਇੱਥੇ ਹੈ ਲੋੜਵੰਦ। ਇਸ ਜਗਤ ਦੇ ਅੰਦਰ ਬਹੁਤ ਲੋਕ ਲੋੜਵੰਦ ਨੇ ਨਾ। ਅੱਜ ਮੇਰੀਆਂ ਅੱਖਾਂ ਵਿੱਚ ਹੰਝੂ ਸਨ ਥੋੜੀ ਦੇਰ ਪਹਿਲਾਂ ਔਰ ਮਨ ਬਹੁਤ ਪਰੇਸ਼ਾਨ ਸੀ। ਉਹਦਾ ਰੀਜ਼ਨ, ਸੜਕ ਦੇ ਉੱਤੇ ਇੱਕ ਬੰਦਾ ਜਾ ਰਿਹਾ ਹੈ ਤੇ ਉਸ ਦੇ ਕੋਲ ਕੋਈ ਪੈਸਾ ਨਹੀਂ ਤੇ ਭੁੱਖਾ ਹੈ। ਪਤਾ ਨਹੀਂ ਕਿੰਨੇ ਦਿਨ ਦਾ ਭੁੱਖਾ ਹੋਏਗਾ। ਤੇ ਸੜਕ ਦੇ ਉੱਤੇ ਕਿਸੇ ਬੱਸ ਜਾਂ ਟਰੱਕ ਦੇ ਥੱਲੇ ਆ ਕੇ ਕੁੱਤਾ, ਕੋਈ ਜਾਨਵਰ ਮਰਿਆ ਹੋਇਆ ਤੇ ਉਹ ਬੰਦਾ ਉਸ ਜਾਨਵਰ ਨੂੰ ਖਾਣ ਵਾਸਤੇ ਬਹਿ ਗਿਆ, ਮਰੇ ਹੋਏ ਕੁੱਤੇ ਨੂੰ ਖਾਣ ਵਾਸਤੇ, ਆਪਣੇ ਪੇਟ ਦੀ ਭੁੱਖ ਮਿਟਾਉਣ। ਇਹ ਕੰਡੀਸ਼ਨ ਹੈ ਅੱਜ ਦੀ ਇੰਡੀਆ ਦੀ ਖਬਰ, ਹੁਣੇ ਹੀ ਮੈਂ ਦੇਖ ਰਿਹਾ ਸਾਂ। ਹੁਣ ਦੇਖੋ ਕਿੰਨੇ ਵੱਡੇ ਵੱਡੇ ਰਾਜਨੀਤਿਕ ਨੇ, ਕਿੰਨੇ ਆਰਥਿਕ ਤੌਰ ਤੇ ਸੰਪੰਨ ਲੋਕ ਨੇ, ਕਿੰਨੀਆਂ ਕਾਰਾਂ ਬੱਸਾਂ ਉੱਥੋਂ ਜਾ ਰਹੀਆਂ ਨੇ, ਲੇਕਿਨ ਇਸੇ ਸਾਡੇ ਇੱਕ ਵੱਡੇ ਪਰਿਵਾਰ ਦੇ ਅੰਦਰ ਇੱਕ ਬੰਦਾ ਮਰਿਆ ਹੋਇਆ ਜਾਨਵਰ ਖਾਣ ਵਾਸਤੇ ਮਜਬੂਰ ਹੈ। ਉਹ ਇਸ ਕਰਕੇ ਕਿ ਉਹਦੇ ਪੇਟ ਦੇ ਅੰਦਰ ਭੁੱਖ ਦੁਖੀ ਹੈ, ਅੱਗ ਹੈ, ਭੁੱਖ ਹੈ। ਸ਼ੁਕਰ ਹੈ ਕਿ ਉੱਥੋਂ ਇੱਕ ਕਾਰ ਵਾਲਾ ਬੰਦਾ ਲੰਘ ਰਿਹਾ ਕਿ ਉਸ ਕਾਰ ਵਾਲੇ ਬੰਦੇ ਨੇ ਕਾਰ ਰੋਕੀ, ਕਹਿਣ ਲੱਗਾ ਰੁਕ ਜਾ ਇੱਥੇ ਹੀ, ਕਿੰਨੇ ਦਿਨ ਦਾ ਭੁੱਖਾ ਹੈ। ਤੇ ਉਸ ਬੰਦੇ ਤੋਂ ਭੁੱਖ ਦੇ ਨਾਲ ਬੋਲਿਆ ਨਹੀਂ ਜਾ ਰਿਹਾ। ਕਹਿੰਦਾ ਛੱਡ ਦੇ, ਇਹ ਨਾ, ਇਹਨੂੰ ਨਾ ਖਾਈ, ਬਿਮਾਰ ਹੋ ਜਾਏਗਾ, ਮੈਂ ਤੈਨੂੰ ਭੋਜਨ ਦੇਣਾ। ਉਹ ਆਪਣਾ ਜੋ ਟਿਫਨ ਲੈ ਕੇ ਜਾ ਰਿਹਾ ਸੀ ਨਾ, ਉਸ ਬੰਦੇ ਨੇ ਉਹਨੂੰ ਸਾਈਡ ਤੇ ਕਰਕੇ ਆਪਣਾ ਟਿਫਨ ਦਿੱਤਾ, ਪਾਣੀ ਦਿੱਤਾ ਤੇ ਫਿਰ ਉਸਨੂੰ ਕਿਹਾ ਹੈ ਤੂੰ ਇੱਥੇ ਵੇਟ ਕਰ, ਮੈਂ ਤੈਨੂੰ ਕੁਝ ਪੈਸੇ ਵੀ ਦੇਣਾ ਜਿਸ ਕਰਕੇ ਤੂੰ ਆਪਣੀ ਮੰਜ਼ਿਲ ਤੇ ਪਹੁੰਚ ਜਾਏ। ਹੁਣ ਦੇਖੋ ਸਿੰਮਲ ਕੌਣ ਹੈ? ਜਿਸ ਦਾ ਰਾਜਨੀਤਿਕ ਕੱਦ ਬੜਾ ਹੈ। ਹੁਣ ਆਪਣੇ ਦੇਸ਼ ਵੱਲ ਦੇਖੋ ਕਿ ਰਾਜਨੀਤਿਕ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਇਸ ਪਾਸੇ। ਜੋ ਪ੍ਰਜਾ ਟੈਕਸ ਦਿੰਦੀ ਹੈ ਤੇ ਅੱਜ ਲੋੜ ਹੈ ਤੇ ਅੱਜ ਉਹ ਰਾਜਨੀਤਿਕ ਲੋਕ ਕੰਮ ਨਾ ਆਉਣ, ਜਾਂ ਜਿਸ ਦੇ ਕੋਲ ਧਨ ਦੀ ਬਹੁਤਾਤ ਹੈ ਉਹ ਕੰਮ ਨਾ ਆਵੇ, ਤਾਂ ਸਿੰਮਲ ਰੁੱਖ ਹੋਇਆ ਨਾ। ਇਹਨੂੰ ਕਹਿੰਦੇ ਨੇ ਸਿੰਮਲ ਰੁੱਖ। ਜਿਸ ਮਨੁੱਖ ਦਾ ਰਾਜਨੀਤਿਕ ਕੱਦ ਬੜਾ ਲੰਬਾ ਹੈ, ਜਿਸ ਦੀ ਆਰਥਿਕ ਪੋਜੀਸ਼ਨ ਮਜ਼ਬੂਤ ਹੈ ਔਰ ਜਿਸ ਦਾ ਸਮਾਜਿਕ ਖਲਾਰਾ ਬੜਾ ਹੈ ਤੇ ਉਹਦਾ ਵਿਖਾਵਾ ਵੀ ਬੜਾ ਹੈ, ਫੁੱਲ ਔਰ ਫਲ ਵੀ ਬੜੇ ਨੇ, ਕੋਠੀ ਵੀ ਬੜੀ ਡਿਜ਼ਾਈਨਦਾਰ ਹੈ, ਕੱਪੜੇ ਬੜੇ ਸੁੰਦਰ ਪਾਏ ਨੇ। ਹੋ ਸਕਦਾ ਹੈ ਆਪਣੇ ਦੀਵਾਰਾਂ ਦੇ ਉੱਤੇ ਕੋਈ ਚੰਗੇ ਸੁੰਦਰ ਉਪਦੇਸ਼ ਵੀ ਲਿਖੇ ਹੋਣ, ਪਰ ਕੋਈ ਆਸਵੰਦ ਆ ਜਾਏ, ਲੋੜਵੰਦ। ਇਹ ਨਹੀਂ ਕਿ ਐਵੇਂ ਹੀ ਭਿਖਾਰੀ ਤੁਰੇ ਫਿਰਨ, ਕੋਈ ਲੋੜਵੰਦ ਹੋਵੇ ਔਰ ਉਸਦੇ ਕੋਲ ਆਪਣੀ ਲੋੜ ਆਸ ਲੈ ਕੇ ਆਵੇ ਕਿ ਏਡਾ ਵੱਡਾ ਲੀਡਰ ਹੈ, ਇੰਨੇ ਪੈਸੇ ਵਾਲਾ ਹੈ, ਇੰਨੇ ਖਲਾਰੇ ਵਾਲਾ ਹੈ ਤੇ ਮੇਰੀ ਲੋੜ ਇਹਦੇ ਕੋਲੋਂ ਪੂਰੀ ਹੋ ਜਾਏਗੀ, 2 ਰੋਟੀਆਂ ਮਿਲ ਜਾਣਗੀਆਂ। ਤੇ ਜੇ ਉਥੋਂ ਕਿਸੇ ਨੂੰ ਭਰ ਪੇਟ ਰੋਟੀ ਵੀ ਨਾ ਮਿਲੇ, ਇੰਨੀ ਵੀ ਆਸ ਨਾ ਹੋਵੇ, ਤਾਂ ਗੁਰੂ ਜੀ ਇਸੇ ਨੂੰ ਸਿੰਮਲ ਰੁੱਖ ਕਹਿ ਰਹੇ ਨੇ, ਇੱਕ ਪ੍ਰਤੀਕ ਹੈ ਮਨੁੱਖਤਾ ਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਕਿਉਂ ਨਿਰਾਸ਼ੇ ਚਲੇ ਗਏ? ਕਿਉਂਕਿ ਉਥੋਂ ਉਹਨਾਂ ਦੀ ਭੋਜਨ ਤੱਕ ਦੀ ਲੋੜ ਨਹੀਂ ਹੋਈ, ਭੁੱਖ ਵੀ ਨਹੀਂ ਮਿਟੀ। ਤਾਂ ਉਹ ਲੋਕ ਜਿਨ੍ਹਾਂ ਦੇ ਕੋਲ ਸਭ ਕੁਝ ਹੈ, ਹੁੰਦਿਆਂ ਸੁਣਦਿਆਂ ਜੋ ਕਿਸੇ ਲੋੜਵੰਦ ਦੀ ਸਹਾਇਤਾ ਨਹੀਂ ਕਰਦੇ, ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਸਿੰਮਲ ਰੁੱਖ ਕਹਿ ਰਹੇ ਨੇ। ਜਿੰਨਾ ਮਰਜ਼ੀ ਲੰਮਾ ਹੋਵੇ ਕੀ ਕਰਨਾ ਉਹਦਾ। ਇੱਕ ਰਹੀਮ ਜੀ ਦਾ ਦੋਹਾ ਹੈ, ਉਹ ਕਹਿੰਦਾ ਬੜਾ ਹੁਆ ਤੋ ਕਿਆ ਹੁਆ, ਜੈਸਾ ਪੇੜ ਖਜੂਰ, ਪੰਥੀ ਕੋ ਛਾਇਆ ਨਹੀਂ, ਫਲ ਲਾਗੇ ਅਤੀ ਦੂਰ। ਰੁੱਖ ਖਜੂਰ ਦਾ ਸੜਕ ਦੇ ਕਿਨਾਰੇ ਹੈ, ਰਾਸਤੇ ਦੇ ਕਿਨਾਰੇ ਤੇ, ਪਗਡੰਡੀ ਤੇ। ਕੋਈ ਮੁਸਾਫਿਰ ਜਾ ਰਿਹਾ ਹੈ
ਤੇ ਖਜੂਰ ਦੇ ਰੁੱਖ ਦੀ ਛਾਂ ਵੀ ਕੋਈ ਨਹੀਂ, ਥੋੜੇ ਜਿਹੇ ਪੱਤੇ ਨੇ ਤੇ ਪਰਛਾਵਾਂ ਬਹੁਤ ਦੂਰ ਪੈਂਦਾ, ਨਾ ਤੇ ਉਹਦੀ ਛਾਂ ਹੈ। ਪੰਛੀ ਜਿਹੜਾ ਪੰਥੀ ਰਾਹਗੀਰ ਹੈ ਉਹਨੂੰ ਉਹਦੀ ਛਾਂ ਨਹੀਂ ਮਿਲਦੀ ਸੀ। ਤੇ ਜੇ ਫਲ ਨੇ ਤੇ ਬਹੁਤ ਦੂਰ ਲੱਗੇ ਨੇ, ਆਮ ਬੰਦਾ ਉੱਥੋਂ ਫਲ ਤੋੜ ਕੇ ਨਹੀਂ ਖਾ ਸਕਦਾ, ਤੇ ਫਿਰ ਐਸੇ ਪੇੜ ਦਾ ਕੀ ਕਰਨਾ ਹੈ? ਇੱਥੇ ਪੇੜ ਇੱਕ ਪ੍ਰਤੀਕ ਹੈ। ਲੰਬਾਈ ਬੜੀ ਹੋਵੇ, ਫਲ ਵੀ ਹੋਣ, ਪਰ ਜੇ ਉੱਥੋਂ ਕਿਸੇ ਨੂੰ ਆਸ ਨਹੀਂ ਤੇ ਐਸੇ ਪੇੜ ਦਾ ਕੀ ਕਰਨਾ ਹੈ ਜਿਹਦੀ ਛਾਂ ਵੀ ਨਹੀਂ, ਜਿਹਦੇ ਤੋਂ ਫਲ ਵੀ ਨਹੀਂ ਖਾ ਸਕਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਜੋ ਐਸੇ ਲੋਕ ਨੇ ਜਿਨ੍ਹਾਂ ਦੇ ਅੰਦਰ ਕੋਰਾਪਨ ਹੈ, ਜਿਨ੍ਹਾਂ ਦੇ ਕੋਲ ਬਹੁਤ ਕੁਝ ਹੈ ਪਰ ਉਹਨਾਂ ਦੇ ਵਿੱਚ ਇਨਸਾਨੀਅਤ ਨਹੀਂ ਹੈ, ਉਹ ਦੂਜੇ ਕਿਸੇ ਦੇ ਕੰਮ ਨਹੀਂ ਆਉਂਦੇ, ਕਿਸੇ ਰੋਗੀ ਦੀ ਸਹਾਇਤਾ ਨਹੀਂ ਕਰ ਸਕਦੇ, ਕਿਸੇ ਅਪਾਹਿਜ ਦੇ ਕੰਮ ਨਹੀਂ ਆਉਂਦੇ, ਜਾਂ ਕਿਸੇ ਵੀ ਢੰਗ ਨਾਲ ਜੋ ਉਹ ਕਰ ਸਕਦੇ ਸਨ ਨਹੀਂ ਕੀਤਾ, ਤਾਂ ਇਹ ਸਿੰਬਲ ਰੁੱਖ ਹੀ ਹੈ। ਹੁਣ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਕਿ ਅਸਲੀਅਤ ਕੀ ਹੈ, ਕੈਸਾ ਹੋਣਾ ਚਾਹੀਦਾ ਬੰਦੇ ਨੂੰ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਨੀਵੀਂ ਦਾ ਮਤਲਬ ਨਿਮਰਤਾ। ਗੁਰੂ ਜੀ ਕਹਿੰਦੇ ਨੇ ਨਿਮਰਤਾ ਦੇ ਵਿੱਚ ਮਿਠਾਸ ਹੈ, ਨਿਮਰਤਾ ਦੇ ਅੰਦਰ ਗੁਣ ਨੇ, ਔਰ ਨਿਮਰਤਾ ਇਹੀ ਜੀਵਨ ਦਾ ਤੱਤ ਸਾਰ ਹੈ ਕਿ ਜੇ ਬੰਦੇ ਦੇ ਕੋਲ ਮਿਠਾਸ ਵੀ ਹੋਵੇ ਸ਼ੁਭ ਗੁਣਾਂ ਦੀ, ਔਰ ਉਹਦੇ ਕੋਲ ਬਾਕੀ ਪਦਾਰਥ ਹੋਣ ਤੇ ਨਾਲ ਨਿਮਰਤਾ ਵੀ ਹੋਵੇ, ਉਹਦੇ ਕੋਲ ਗੁਣ ਹੋਣ, ਇਹ ਜ਼ਿੰਦਗੀ ਦਾ ਤੱਤ ਸਾਰ। ਗੁਰਦੇਵ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਅਸਲ ਦੇ ਅੰਦਰ, ਜੀਵ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ। ਨਿਮਰਤਾ ਵਿੱਚ ਹੀ ਅਸਲ ਮਿਠਾਸ ਹੈ, ਔਰ ਨਿਮਰਤਾ ਹੀ ਸਾਰੇ ਗੁਣਾਂ ਔਰ ਚੰਗਿਆਈਆਂ ਦਾ ਤੱਤ ਸਾਰ ਹੈ। ਜੇ ਗੁਣ ਵੀ ਹੈ ਨੇ ਪਰ ਨਿਮਰਤਾ ਨਹੀਂ, ਜੇ ਨਿਮਰਤਾ ਦੇ ਨਾਲ ਤੁਸੀਂ ਕਿਸੇ ਨਾਲ ਪੇਸ਼ ਨਹੀਂ ਹੁੰਦੇ, ਬੋਲਾਂ ਵਿੱਚ ਹੰਕਾਰ, ਬੋਲਾਂ ਵਿੱਚ ਹੰਕਾਰ ਦੀ ਬਦਬੂ, ਤਾਂ ਉਹਦਾ ਕੋਈ ਲਾਭ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਨਿਮਰਤਾ ਚਾਹੀਦੀ ਹੈ ਜ਼ਿੰਦਗੀ ਵਿੱਚ, ਮਿਠਾਸ ਚਾਹੀਦੀ ਹੈ ਬੋਲਾਂ ਔਰ ਵਿਹਾਰ ਦੇ ਅੰਦਰ, ਗੁਣ ਚਾਹੀਦੇ ਨੇ, ਚੰਗਿਆਈਆਂ ਚਾਹੀਦੀਆਂ ਨੇ। ਇਹ ਤੱਤ ਸਾਰ ਹੈ ਜ਼ਿੰਦਗੀ ਦਾ। ਅਸੀਂ ਦੇਖਦੇ ਹਾਂ, ਤੁਸੀਂ ਕਿਸੇ 5 ਸਟਾਰ ਹੋਟਲ ਵਿੱਚ ਜਾਓ ਤੇ ਉੱਥੋਂ ਕਹੋ ਬੱਚੇ ਵਾਸਤੇ ਦੁੱਧ, ਤੇ ਉਹ ਕਹਿੰਦੇ ਨੇ ਵੀ ਸਾਡੇ ਕੋਲ ਬੱਚੇ ਵਾਸਤੇ ਦੁੱਧ ਨਹੀਂ ਹੈ, ਅਸੀਂ ਅਲੱਗ ਤੋਂ ਦੁੱਧ ਵਗੈਰਾ ਇਸ ਤਰ੍ਹਾਂ ਨਹੀਂ ਰੱਖਦੇ। ਪਰ ਬਾਹਰ ਕਿਤੇ ਤੁਸੀਂ ਜਾ ਰਹੇ ਹੋ ਸਫ਼ਰ ਦੇ ਵਿੱਚ, ਕਿਸੇ ਸੜਕ ਦੇ ਉੱਤੇ ਖੋਖੇ ਦੇ ਉੱਤੇ ਕੋਈ ਚਾਹ ਦਾ ਖੋਖਾ ਖੋਲ ਕੇ ਬੈਠਾ ਹੈ, ਉੱਥੋਂ ਤੁਸੀਂ ਚਾਹ ਪੀਂਦੇ ਹੋ ਤੇ ਨਾਲ ਕਹਿੰਦੇ ਹੋ ਵੀ ਭਾਈ ਇਹ ਸਾਡੇ ਬੱਚੇ ਵਾਸਤੇ ਥੋੜਾ ਦੁੱਧ ਵੀ ਗਰਮ ਕਰ ਦੇ। ਉਹ ਦੁੱਧ ਦਿੰਦਾ ਹੈ, ਲੇਕਿਨ ਉਹ ਦੁੱਧ ਦੇ ਪੈਸੇ ਨਹੀਂ ਲੈਂਦਾ। ਉਹ ਕਹਿੰਦਾ ਮੈਂ ਬੱਚਿਆਂ ਤੇ ਦੁੱਧ ਦੇ ਪੈਸੇ ਲਈ ਨਹੀਂ ਲੈਂਦਾ, ਬੱਚਾ ਮੇਰਾ ਵੀ ਬੱਚਾ ਹੀ ਹੈ। ਤਾਂ ਕਿਹਨੂੰ ਤੁਸੀਂ ਮਹਾਨ ਕਹੋ? ਇੱਕ ਪਾਸੇ ਮਲਕ ਭਾਗੋ ਹੈ ਜਿਸ ਦੇ ਕੋਲ ਪਦਾਰਥ ਬੜੇ ਨੇ, ਦੂਜੇ ਪਾਸੇ ਭਾਈ ਲਾਲੋ ਜਿਸ ਦੇ ਵਿੱਚ ਨਿਮਰਤਾ ਹੈ, ਪਦਾਰਥਾਂ ਦੀ ਬਹੁਤਾਤ ਨਹੀਂ ਹੈ ਲੇਕਿਨ ਸੰਤੋਖ ਹੈ, ਹਿਰਦਾ ਬੜਾ ਵਿਸ਼ਾਲ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜ਼ਿੰਦਗੀ ਵਿੱਚ ਨਿਮਰਤਾ ਚਾਹੀਦੀ ਹੈ, ਗੁਣ ਚੰਗਿਆਈਆਂ ਤੱਤ ਚਾਹੀਦੇ ਨੇ, ਔਰ ਇਹਨਾਂ ਸਾਰਿਆਂ ਦਾ ਤੱਤ ਨਿਮਰਤਾ ਹੈ। ਜਿੱਥੇ ਨਿਮਰਤਾ ਹੋਵੇਗੀ ਉੱਥੇ ਗੁਣ ਆਦਿਕ ਆ ਜਾਣ। ਪਰ ਨਿਮਰਤਾ ਦਿਲੋਂ ਹੋਵੇ। ਹੁਣ ਅੱਗੇ ਬਚਨ ਕਰਦੇ ਨੇ ਕਿ ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਏ। ਹਰ ਬੰਦਾ ਆਪਣੇ ਵਾਸਤੇ ਨਿਮ ਜਾਂਦਾ ਹੈ, ਦੂਜੇ ਵਾਸਤੇ ਕੋਈ ਨਹੀਂ ਨਿਮਦਾ। ਇਹਦਾ ਮਤਲਬ ਕਿ ਨਿਮਰਤਾ ਸਵਾਰਥ ਵਾਲੀ ਵੀ ਹੋ ਸਕਦੀ ਹੈ ਕਿ ਮੈਂ ਤੁਹਾਡੇ ਅੱਗੇ ਜੀ ਜੀ ਕਰਾਂ ਤੇ ਉਹਦੇ ਪਿੱਛੇ ਮੇਰਾ ਸਵਾਰਥ ਹੋਵੇ, ਔਰ ਮੈਂ ਤੁਹਾਨੂੰ ਧੋਖਾ ਦੇਣਾ ਚਾਹੁੰਦਾ ਹਾਂ, ਇਮੋਸ਼ਨਲ ਬਲੈਕਮੇਲ ਕਰਨਾ ਚਾਹੁੰਦਾ ਹਾਂ, ਤਾਂ ਉਹ ਨਿਮਰਤਾ ਨਹੀਂ ਮੰਨੀ ਜਾਏਗੀ, ਉਹ ਇੱਕ ਧੋਖਾ ਮੰਨਿਆ ਜਾਏਗਾ। ਜਿਵੇਂ ਆਮ ਨੇ ਨਾ, ਅਸੀਂ ਜਦੋਂ ਆਪਸ ਦੇ ਵਿੱਚ ਗੱਲਬਾਤ ਕਰਦੇ ਹਾਂ ਤਾਂ ਕਈ ਲੋਕ ਨਾ ਬੜੀ ਨਿਮਰਤਾ ਵਿਖਾਉਂਦੇ ਨੇ, ਮੈਂ ਤੁਹਾਡੇ ਪੈਰਾਂ ਦਾ ਦਾਸ ਹਾਂ, ਨਾ ਜੀ ਮੈਂ ਤੇ ਤੁਹਾਡੇ ਪੈਰਾਂ ਦੀ ਖਾਕ ਹਾਂ, ਕਹਿ ਦਿੰਦੇ ਆ। ਤੇ ਜੇ ਕੋਈ 4 ਬੰਦਿਆਂ ਚ ਕਹਿ ਦੇਵੇ ਯਾਰ ਗੱਲ ਤੇ ਤੇਰੀ ਠੀਕ ਹੈ, ਤੂੰ ਕੱਖ ਵੀ ਨਹੀਂ, ਤੂੰ ਹੈ ਹੀ ਪੈਰਾਂ ਦੀ ਖਾਕ, ਤੇ ਫਿਰ ਅਗਲਾ ਕੀ ਕਰਦਾ ਹੈ? ਫਿਰ ਅਗਲਾ ਗੱਲ ਪੈ ਜਾਂਦਾ, ਤੂੰ ਕੌਣ ਹੈ ਮੈਨੂੰ ਪੈਰਾਂ ਦੀ ਖਾਕ ਆਖਣ ਵਾਲਾ ਹੋਵੇ। ਤਾਂ ਨਿਮਰਤਾ ਵਿਖਾਵੇ ਦੀ ਹੋਊਗੀ ਨਾ, ਵਿਖਾਵੇ ਦੀ ਨਿਮਰਤਾ ਨਾ ਹੋਵੇ, ਉਹਦੇ ਅੰਦਰ ਸਵਾਰਥ ਨਾ ਹੋਵੇ। ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਏ। ਗੁਰੂ ਜੀ ਕਹਿੰਦੇ ਨੇ ਬਹੁਤਾਤ ਗਿਣਤੀ ਆਪਣੇ ਸਵਾਰਥ ਕਰਕੇ ਨਿਮਦੀ ਹੈ,
ਪਰਉਪਕਾਰ ਵਾਸਤੇ ਕੋਈ ਨਿੰਮਦਾ ਨਹੀਂ। ਪਰ ਨਾਲ ਅਗਲਾ ਬਚਨ ਕਰਦੇ ਨੇ, ਧਰਤਾ ਰਾਜੂ ਤੋਲੀਐ ਨਿਵੇਂ ਸੋ ਗੌਰਾ ਹੋਏ। ਗੌਰਾ ਦਾ ਮਤਲਬ ਭਾਰਾ। ਕਹਿੰਦੇ ਨੇ ਫਿਰ ਵੀ ਤੁਸੀਂ ਤਰਾਜੂ ਦੇ ਉੱਤੇ ਦੋ ਚੀਜ਼ਾਂ ਧਰੋ ਤੇ ਜਿਹੜਾ ਪਲੜਾ ਭਾਰਾ ਹੋਏਗਾ ਨਾ, ਨੀਵਾਂ ਹੋਏਗਾ, ਉਹ ਭਾਰਾ ਵੀ ਹੋਏਗਾ, ਹਲਕਾ ਉਤਾ ਚੁੱਕਿਆ ਜਾਣਾ। ਜਿਹੜਾ ਪਲੜਾ ਭਾਰਾ ਥੱਲੇ ਨੀਵਾਂ ਹੋਏਗਾ, ਤਰਾਜੂ ਦਾ ਜਿਹੜਾ ਪਲੜਾ ਨੀਵਾਂ ਹੋਏਗਾ ਉਹ ਭਾਰਾ ਹੋਏਗਾ, ਤੇ ਜਿਹੜਾ ਉਤਾਂ ਚੁੱਕਿਆ ਜਾਏਗਾ ਉਹ ਹਲਕਾ ਹੋਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਨਿਮਰਤਾ ਹੈ ਉਹਦਾ ਜੀਵਨ ਭਾਰਾ ਹੈ, ਉਹਦੇ ਅੰਦਰ ਗੁਣ ਨੇ, ਉਹ ਮਹਾਨ ਹੈ। ਤੇ ਜਿਹੜਾ ਨਿੱਕੀ ਜੀ ਗੱਲ ਤੇ ਹੀ ਉਤਾਂ ਚੁੱਕਿਆ ਜਾਂਦਾ ਹੈ, ਫੂੰ ਫੂੰ ਕਰਦਾ ਫਿਰਦਾ ਹੈ, ਉਹ ਹੰਕਾਰੀ ਹੈ, ਉਹਦਾ ਜੀਵਨ ਹੌਲੇ ਮਿਲਦਾ ਹੈ। ਹੁਣ ਅਗਲਾ ਬਚਨ ਇੱਕ ਹੋਰ ਕਰਦੇ ਨੇ ਕਿ ਭਾਰਾ ਹੈ, ਮਹਾਨ ਹੈ ਜੋ ਨਿਮਦਾ ਹੈ, ਪਰ ਉਹ ਜਿਹੜੀ ਨਿਮਰਤਾ ਹੈ ਉਹ ਬਿਲਕੁਲ ਸੱਚੇ ਦਿਲੋਂ ਹੋਏ ਤਾਂ ਠੀਕ ਹੈ। ਅੱਗੇ ਕਹਿੰਦੇ ਨੇ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹੇ। ਮਿਰਗਾਹੇ ਦਾ ਮਤਲਬ ਹਿਰਨ, ਹੰਤਾ ਦਾ ਮਤਲਬ ਮਾਰਨ ਵਾਲਾ, ਸ਼ਿਕਾਰੀ। ਲੇਕਿਨ ਗੁਰੂ ਜੀ ਕਹਿੰਦੇ ਨੇ ਅਸੀਂ ਦੇਖਦੇ ਹਾਂ ਕਿ ਅਪਰਾਧੀ ਬੰਦਾ ਬਹੁਤ ਨਿਮਦਾ ਹੈ। ਜਦੋਂ ਕੋਈ ਚੋਰ ਕਿਸ ਦੇ ਅੜਿੱਕੇ ਚੜ ਜਾਏ ਜਾਂ ਕੋਈ ਮਾੜੇ ਕਰਮ ਕਰਨ ਵਾਲਾ ਅੜਿੱਕੇ ਚੜ ਜਾਏ ਕਿਸੇ ਦੇ, ਤੇ ਜਦੋਂ ਪੈਂਦੀਆਂ ਨੇ ਜੁੱਤੀਆਂ ਫਿਰ ਕਿੰਨੀ ਉਹ ਨਿਮਰਤਾ ਵਿਖਾਉਂਦਾ ਹੈ, ਕਿੰਨੇ ਉਹ ਤਰਲੇ ਲੈਂਦਾ, ਨਹੀਂ ਜੀ ਮਾਫ ਕਰ ਦਿਓ, ਗਲਤੀ ਹੋ ਗਈ, ਮੈਂ ਇਸ ਤੋਂ ਬਾਅਦ ਨਹੀਂ ਕਰਾਂਗਾ ਜਾਂ ਕੁਛ ਵੀ। ਅਪਰਾਧੀ ਹੈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਪਰਾਧੀ ਬੰਦਾ ਸਹੀ ਨਿਮਰਤਾ ਵਾਲੇ ਨਾਲੋਂ ਵੀ ਦੂਣੀਆਂ ਨਿਮਰਤਾ ਦੀਆਂ ਗੱਲਾਂ ਕਰਦਾ ਹੈ। ਤੇ ਕਰਦਾ ਕੀ ਇਹ ਜੋ ਹੰਤਾ ਮਿਰਗਾਹੇ, ਜਿਵੇਂ ਜਾਨਵਰਾਂ ਨੂੰ ਮਾਰਨ ਵਾਲਾ ਕੋਈ ਸ਼ਿਕਾਰੀ ਹੈ। ਹਿਰਨ ਨੂੰ ਮਾਰਨ ਵਾਲਾ ਸ਼ਿਕਾਰੀ ਬੰਦੂਕ ਲੈ ਕੇ ਜਾ ਰਿਹਾ ਹੈ ਤੇ ਗੋਡਿਆਂ ਪਰਨੇ ਹੋਇਆ ਹੈ, ਨਿਮ ਨਿਮ ਕੇ ਜਾ ਰਿਹਾ ਹੈ। ਫਿਰ ਉਹਨੂੰ ਪਤਾ ਲੱਗਦਾ ਕਿ ਹਿਰਨ ਵੇਖ ਨਾ ਲਵੇ, ਫਿਰ ਬਿਲਕੁਲ ਲੰਮਾ ਪੈ ਜਾਂਦਾ, ਅਰਕਾਂ ਦੇ ਨਾਲ ਜਾ ਰਿਹਾ ਹੈ, ਬਿਲਕੁਲ ਹੀ ਲੰਮਾ ਪੈ ਗਿਆ। ਪਰ ਇਹ ਉਹਦੀ ਨਿਮਰਤਾ ਨਹੀਂ ਹੈ, ਇਹ ਉਹਦਾ ਨਮਸਕਾਰ ਕਰਨਾ ਨਹੀਂ ਹੈ। ਇਹ ਹਿਰਨ ਨੂੰ ਧੋਖਾ ਦੇ ਰਿਹਾ ਹੈ, ਛਿਪ ਛਿਪ ਕੇ ਨਿਮ ਨਿਮ ਕੇ ਹਿਰਨ ਦੇ ਨੇੜੇ ਪਹੁੰਚ ਜਾਣਾ ਚਾਹੁੰਦਾ ਹੈ। ਤੇ ਜਦੋਂ ਉਹਦੀ ਮਾਰ ਦੇ ਵਿੱਚ ਆ ਗਿਆ ਉਦੋਂ ਉਹਨੇ ਗੋਲੀ ਮਾਰ ਦੇਣੀ, ਉਦੋਂ ਉਹਨੇ ਸ਼ਿਕਾਰ ਨੂੰ ਮਾਰ ਦੇਣਾ। ਤਾਂ ਗੁਰੂ ਜੀ ਕਹਿੰਦੇ ਨੇ ਇਹੋ ਜਿਹੀ ਨਿਮਰਤਾ ਦਾ ਕੋਈ ਫਾਇਦਾ ਨਹੀਂ ਹੈ। ਗੁਰਦੁਆਰੇ, ਮੰਦਰਾਂ, ਮਸੀਤਾਂ ਵਿੱਚ ਜਾ ਕੇ ਮੱਥੇ ਟੇਕੀ ਜਾਓ ਤੇ ਦਿਲ ਦੇ ਵਿੱਚ ਹੋਵੇ ਕਪਟ, ਤੇ ਇਹੋ ਜਿਹੇ ਮੱਥੇ ਟੇਕਣ ਦਾ ਫਾਇਦਾ ਕੀ? ਇਹੋ ਜਿਹੀ ਨਿਮਰਤਾ ਦਾ ਫਾਇਦਾ ਕੀ ਹੈ? ਇਹ ਧੋਖਾ ਹੈ। ਔਰ ਇਸ ਦੁਨੀਆ ਦੇ ਅੰਦਰ ਬਹੁ ਗਿਣਤੀ ਐਸੀ ਹੀ ਹੈ। ਗੁਰੂ ਜੀ ਨੇ ਪਾਵਨ ਬਚਨ ਕੀਤਾ, ਅੱਗੇ ਕਹਿੰਦੇ ਨੇ ਸ਼ੀਸ਼ ਨਿਵਾਏ ਕਿਆ ਥੀਐ। ਸਿਰ ਝੁਕਾਉਣ ਦੇ ਨਾਲ ਕੀ ਹੋਏਗਾ? ਜਾਂ ਹਿਰਦੇ ਕੁਸੁੱਧੇ ਜਾਹੇ। ਕੁਸੁੱਧੇ ਦਾ ਮਤਲਬ ਪੁੱਠੇ ਪਾਸੇ, ਮਾੜੇ ਕਰਮ ਕਰਨ ਲਈ। ਕਿ ਬਾਹਰੀ ਤੌਰ ਤੇ ਸਿਰ ਝੁਕਾਉਣ ਦੇ ਨਾਲ ਕੁਝ ਵੀ ਬਣਨ ਵਾਲਾ ਨਹੀਂ ਹੈ। ਜੇ ਹਿਰਦੇ ਦੇ ਅੰਦਰ ਖੋਟ ਹੈ, ਜੇ ਖੋਟੇ ਹਿਰਦੇ ਦੇ ਨਾਲ ਝੁਕ ਰਿਹਾ ਹੈ, ਖੋਟੇ ਹਿਰਦੇ ਦੇ ਨਾਲ ਗੁਰਦੁਆਰੇ, ਮੰਦਿਰ, ਮਸੀਤ ਵਿੱਚ, ਧਰਮ ਸਥਾਨ ਵਿੱਚ ਜਾਂਦਾ ਹੈ, ਖੋਟੇ ਹਿਰਦੇ ਦੇ ਨਾਲ ਕਿਸੇ ਦੇ ਅੱਗੇ ਝੁਕਦਾ ਹੈ, ਤਾਂ ਉਸ ਮੱਥਾ ਟੇਕਣ ਦਾ ਫਾਇਦਾ ਕੀ? ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਕਿ ਤੁਸੀਂ ਗੁਰਦੁਆਰੇ, ਮੰਦਿਰ, ਮਸੀਤ ਵਿੱਚ ਦਿਨ ਦੇ 100 ਗੇੜੇ ਲਾਓ, ਪਰ ਜੇ ਤੁਹਾਡਾ ਵਿਸ਼ਵਾਸ ਨਹੀਂ, ਜੇ ਤੁਹਾਡੀ ਸੋਚ ਸੱਚੀ ਨਹੀਂ, ਤਾਂ ਕਦੇ ਵੀ ਜ਼ਿੰਦਗੀ ਵਿੱਚ ਸੁੱਖ ਪੈਦਾ ਨਹੀਂ ਹੋਏਗਾ। ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ, ਭਾਵੇਂ ਸੈਂਕੜੇ ਵਾਰੀ ਆਉਂਦੇ ਜਾਂਦੇ ਰਹੋ। ਤਾਂ ਜੇ ਜ਼ਿੰਦਗੀ ਦੇ ਅੰਦਰ ਛਲ ਔਰ ਕਪਟ ਹੈ ਤੇ ਉਸ ਨਿਮਰਤਾ ਦਾ ਫਾਇਦਾ ਨਹੀਂ ਹੈ। ਹੁਣ ਅਸੀਂ ਹਰ ਵੀਰ ਭੈਣ ਨੇ ਆਪਣੇ ਵੱਲ ਵੇਖਣਾ ਹੈ। ਦੇਖੋ, ਮੈਂ ਤੁਹਾਡੇ ਜੀਵਨ ਦਾ ਜੱਜ ਬਿਲਕੁਲ ਨਹੀਂ ਹੋ ਸਕਦਾ ਕਿ ਤੁਸੀਂ ਐਵੇਂ ਹੀ ਮੱਥੇ ਟੇਕ ਦਿਓ। ਮੈਂ ਬਿਲਕੁਲ ਨਹੀਂ ਕਹਿ ਸਕਦਾ। ਜੇ ਮੈਂ ਕਹਿਣਾ ਤਾਂ ਮੈਂ ਗਲਤ ਹਾਂ। ਤੁਸੀਂ ਮੈਨੂੰ ਨਹੀਂ ਕਹਿ ਸਕਦੇ ਵੀ ਮੋਰਸਿਆਂ ਐਵੇਂ ਮੱਥੇ ਟੇਕਦਾ ਫਿਰਨਾ। ਜੇ ਕਹਿੰਦੇ ਹੋ ਤੇ ਗਲਤ। ਉਹਦਾ ਰੀਜ਼ਨ ਪਤਾ ਕੀ? ਕਿ ਮੇਰੀ ਮੈਂਟੈਲਿਟੀ, ਮਾਨਸਿਕਤਾ ਬਾਰੇ ਮੈਂ ਖੁਦ ਜਾਣਨਾ ਕਿ ਮੇਰੇ ਅੰਦਰ ਕੀ ਹੈ। ਤੁਸੀਂ ਆਪਣੇ ਬਾਰੇ ਜਾਣਦੇ ਹੋ,
ਤੁਹਾਡੇ ਅੰਦਰ ਕੀ ਸੀ, ਬਹੁਤ ਕੁਝ ਛੁਪਾ ਲੈਣੇ ਆ ਨਾ ਇੱਕ ਦੂਜੇ ਤੋਂ, ਪਰ ਆਪਣੇ ਆਪ ਤੋਂ ਅਸੀਂ ਨਹੀਂ ਛੁਪਾ ਸਕਦੇ। ਮੈਂ ਆਪਣੇ ਆਪ ਤੋਂ ਨਹੀਂ ਛੁਪਾ ਸਕਦਾ। ਤਾਂ ਸਾਨੂੰ ਆਸਾ ਕੀ ਵਾਰ ਦੀ ਪਾਵਨ ਬਾਣੀ ਪੜਨ ਦਾ, ਸੁਣਨ ਔਰ ਵਿਚਾਰਨ ਦਾ ਇਹ ਲਾਭ ਹੈ ਕਿ ਹਰ ਬੰਦੇ ਨੇ, ਹਰ ਵੀਰ ਭੈਣ ਨੇ ਆਪਣੇ ਆਪ ਨੂੰ ਵਿਚਾਰਨਾ ਹੈ ਕਿ ਮੈਂ ਕਿੱਥੇ ਖੜਾ। ਕਿਤੇ ਮੇਰੇ ਅੰਦਰ ਵੀ ਤੇ ਇਹੋ ਜਿਹੀ ਨਿਮਰਤਾ ਨਹੀਂ ਸ਼ਿਕਾਰੀ ਵਾਲੀ ਕਿ ਮੱਥਾ ਟੇਕਣ ਦਾ, ਦੇਖੋ ਮਤਲਬ ਜਿਹੜਾ ਨਾ, ਮੱਥਾ ਟੇਕਣ ਦਾ ਭਾਵ ਇਹ ਹੈ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੈਂ ਪ੍ਰੋਮਿਸ ਕਰਨਾ ਤੁਹਾਡੇ ਨਾਲ, ਮੈਂ ਆਤਮ ਸਮਰਪਣ ਕਰ ਰਿਹਾ ਹਾਂ ਕਿ ਮੈਂ ਤੁਹਾਡੀ ਹਰ ਗੱਲ ਨੂੰ ਸਿਰ ਮੱਥੇ ਮੰਨਾਂਗਾ। ਮੱਥਾ ਟੇਕਣ ਦਾ ਮਤਲਬ ਪ੍ਰੋਮਿਸ ਹੈ, ਵਾਦਾ ਹੈ, ਗੁਰੂ ਦੇ ਹੁਕਮ ਅੱਗੇ ਸਿਰ ਝੁਕਾਉਣਾ ਸਮਰਪਣ ਹੈ। ਅਸੀਂ ਵਾਦਾ ਕਰਦੇ ਹਾਂ ਕਿ ਹੇ ਪਾਤਸ਼ਾਹ, ਜੋ ਸਿਧਾਂਤ ਆਪ ਦੀ ਬਾਣੀ ਵਿੱਚ ਲਿਖੇ ਨੇ, ਜੋ ਜੀਵਨ ਜੁਗਤ ਆਪ ਦੇ ਰਹੇ ਹੋ, ਉਸ ਉਪਦੇਸ਼ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ, ਉਹਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗਾ। ਮੱਥਾ ਟੇਕਣ ਦਾ ਭਾਵ ਇਹ ਹੈ। ਹੁਣ ਅਸਾਂ ਸਾਰਿਆਂ ਨੇ ਵਿਚਾਰਨਾ ਹੈ ਭਾਈ ਆਪ ਕਿ ਕੀ ਜੋ ਗੁਰਬਾਣੀ ਵਿੱਚ ਸਾਡੇ ਵਾਸਤੇ ਹੁਕਮ ਕੀਤੇ ਨੇ ਅਸੀਂ ਉਹਦੀ ਪਾਲਣਾ ਕਰ ਰਹੇ ਹਾਂ। ਜੇ ਤਾਂ ਪਾਲਣਾ ਕਰ ਰਹੇ ਹਾਂ ਤਾਂ ਸਾਡੀ ਜ਼ਿੰਦਗੀ ਮੁਬਾਰਕ ਹੈ। ਸਾਨੂੰ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ, ਸਾਨੂੰ ਆਪਣੇ ਆਪ ਨੂੰ ਮੁਬਾਰਕਬਾਦ ਦੇਣੀ ਚਾਹੀਦੀ ਹੈ, ਸਾਨੂੰ ਖੁਸ਼ ਹੋਣਾ ਚਾਹੀਦਾ ਹੈ, ਮਾਣ ਕਰਨਾ ਚਾਹੀਦਾ ਹੈ ਕਿ ਹਾਂ ਮੇਰੀ ਜ਼ਿੰਦਗੀ ਗੁਰਬਾਣੀ ਮੁਤਾਬਕ ਹੈ। ਤੇ ਜੇ ਬਈ ਸਾਡੇ ਅੰਦਰ ਕਿਤੇ ਕਮੀ ਪੇਸ਼ੀ ਹੈ, ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀ ਰਹੇ, ਆਪਣਾ ਆਪਣਾ ਪਤਾ ਨਾ, ਸੈਲਫ ਐਨਾਲਿਸਿਸ ਕਰਨੀ ਹੈ, ਤੇ ਫਿਰ ਸਾਡਾ ਮੱਥਾ ਟੇਕਣਾ ਉਸ ਸ਼ਿਕਾਰੀ ਵਰਗਾ ਹੈ ਜਿਹੜਾ ਨਿਵਦਾ ਹੈ ਲੇਕਿਨ ਹਿਰਦੇ ਦੇ ਅੰਦਰ ਖੋਟ ਹੈ। ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ, ਮੁਖ ਵਿੱਚ ਕੁਝ ਹੋਰ ਹੈ, ਉਹ ਕੱਚੇ ਨੇ, ਉਹ ਖਰੇ ਨਹੀਂ, ਖੋਟੇ ਨੇ। ਤੇ ਹੁੰਦਾ ਕੀ ਹੈ, ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਆਂ ਬਾਹਰ ਵਾਰ। ਖਰਿਆਂ ਨੂੰ ਖਜ਼ਾਨੇ ਪਾ ਲਿਆ ਜਾਂਦਾ ਹੈ, ਖੋਟਿਆਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਪਹਿਲੀ ਗੱਲ ਕਿ ਅਸੀਂ ਨਿਵਣਾ ਹੈ ਗੁਰੂ ਦੇ ਅੱਗੇ, ਗੁਰੂ ਦੇ ਹੁਕਮਾਂ ਨੂੰ ਮੰਨਣ ਲਈ, ਔਰ ਆਪਣੀ ਜ਼ਿੰਦਗੀ ਵਿੱਚ ਜੇ ਕਿਤੇ ਕੋਈ ਕਮੀ ਪੇਸ਼ੀ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ, ਉਹਨੂੰ ਸੁਧਾਰਨ ਦੀ ਲੋੜ ਹੈ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦੀ ਲੋੜ। ਦੂਜੀ ਗੱਲ, ਅਸੀਂ ਸਿੰਮਲ ਰੁੱਖ ਨਹੀਂ ਬਣਨਾ। ਮੈਂ ਪਹਿਲਾਂ ਆਪ ਜੀ ਨੂੰ ਇੱਕ ਦਿਨ ਸਾਖੀ ਸੁਣਾਈ ਸੀ ਨਾ, ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪਿਤਾ ਜੀ ਗਏ ਮੋਦੀ ਖਾਨੇ ਤੇ ਕਹਿਣ ਲੱਗੇ, ਬੇਟਾ ਨਾਨਕ ਪੈਸਾ ਕਿੰਨਾ ਕੁ ਆਉਂਦਾ ਹੈ? ਕਹਿਣ ਲੱਗੇ, ਪਿਤਾ ਜੀ ਪੈਸਾ ਤੇ ਬਹੁਤ ਆਉਂਦਾ ਹੈ। ਤੇ ਕਹਿਣ ਲੱਗੇ, ਫਿਰ ਤੇ ਪੈਸਾ ਬਹੁਤ ਜੋੜ ਲਿਆ ਹੋਏਗਾ, ਕਾਫੀ ਸਮਾਂ ਹੋ ਗਿਆ ਮੋਦੀ ਖਾਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਪਿਤਾ ਜੀ ਪੈਸਾ ਜੋੜਿਆ ਤੇ ਨਹੀਂ, ਕੋਈ 150 200 ਪਏ ਹੋਣ ਤੇ ਪਤਾ ਨਹੀਂ, ਜੁੜਿਆ ਨਹੀਂ, ਪੈਸਾ ਇਕੱਠਾ ਨਹੀਂ ਹੋਇਆ। ਤੇ ਪੁੱਛਣ ਲੱਗੇ, ਬੇਟਾ ਜੇ ਇੰਨਾ ਪੈਸਾ ਆਉਂਦਾ ਤੇ ਜਾਂਦਾ ਕਿੱਧਰ? ਗੁਰੂ ਜੀ ਕਹਿਣ ਲੱਗੇ, ਪਿਤਾ ਜੀ ਮੈਂ ਥੋੜੀ ਦੇਰ ਬਾਅਦ ਤੁਹਾਨੂੰ ਦੱਸਣਾ। ਸ਼ਾਮ ਜਦੋਂ ਹੋਈ ਨਾ ਤੇ ਉੱਥੇ ਲਾਈਨ ਲੱਗ ਗਈ ਕੁਝ ਲੋੜਵੰਦਾਂ ਦੀ, ਕੁਝ ਬਿਮਾਰ ਲੋਕ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ, ਕੁਝ ਫਟੇ ਬਸਤਰਾਂ ਵਾਲੇ ਜਿਨ੍ਹਾਂ ਨੂੰ ਬਸਤਰਾਂ ਦੀ ਲੋੜ ਸੀ, ਕੁਝ ਐਸੇ ਲੋਕ ਜਿਨ੍ਹਾਂ ਨੂੰ ਖਾਣ ਪੀਣ ਦੀ ਲੋੜ ਸੀ। ਗੁਰਦੇਵ ਨੇ ਭੁੱਖਿਆਂ ਨੂੰ ਭੋਜਨ ਦਿੱਤਾ, ਨੰਗਿਆਂ ਨੂੰ ਬਸਤਰ ਦਿੱਤੇ, ਲੋੜਵੰਦਾਂ ਨੂੰ ਧਨ ਦਿੱਤਾ। ਤੇ ਕਹਿਣ ਲੱਗੇ, ਪਿਤਾ ਜੀ ਧਨ ਇਧਰੋਂ ਆਉਂਦਾ ਤੇ ਇਧਰ ਚਲਾ ਜਾਂਦਾ ਹੈ। ਤੇ ਨਾਲ ਕਿਹਾ, ਹੈ ਮੇਰੇ ਪਾਤਸ਼ਾਹ, ਨਾ ਹੈ ਮੇਰੇ ਪਿਤਾ ਜੀ, ਜਦੋਂ ਤੱਕ ਰੱਬ ਦੇ ਇਸ ਵੱਡੇ ਪਰਿਵਾਰ ਵਿੱਚ ਜਿਹਦਾ ਮੈਂ ਵੀ ਇੱਕ ਮੈਂਬਰ ਹਾਂ, ਜਦੋਂ ਤੱਕ ਰੱਬ ਦੇ ਇਸ ਵੱਡੇ ਪਰਿਵਾਰ ਦੇ ਅੰਦਰ ਇੱਕ ਵੀ ਬੰਦਾ ਭੁੱਖਾ ਪਿਆਸਾ ਹੈ, ਨੰਗਾ ਹੈ, ਘਰ ਤੋਂ ਬਿਨਾਂ ਹੈ, ਉਦੋਂ ਤੱਕ ਮੈਂ ਪੈਸੇ ਜਮ੍ਹਾਂ ਕਿਵੇਂ ਕਰ ਸਕਦਾ? ਜਦੋਂ ਤੱਕ ਸਾਡੇ ਇਸ ਵੱਡੇ ਪਰਿਵਾਰ ਵਿੱਚ ਇੱਕ ਵੀ ਬੰਦਾ ਨੰਗਾ ਭੁੱਖਾ ਹੈ, ਉਦੋਂ ਤੱਕ ਪੈਸੇ ਜਮ੍ਹਾਂ ਕਰਨੇ ਪਾਪ, ਅਪਰਾਧ ਹੈ। ਇਹਨੂੰ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ। ਤੇ ਦੂਜੇ ਪਾਸੇ ਮਲਕ ਭਾਗੋ ਵਰਗੇ, ਉਸ ਅਵਸਥਾ ਨੂੰ ਅਸੀਂ ਕਹਿ ਦਿੰਦੇ ਹਾਂ ਸਿੰਮਲ ਰੁੱਖ। ਇਸ ਲਈ ਸਿੰਮਲ ਰੁੱਖ ਨਹੀਂ ਬਣਨਾ, ਨਿਮਰਤਾ ਦੇ ਧਾਰ ਨਹੀਂ ਹੋਣਾ। ਅਸੀਂ ਇੱਕ ਦੂਜੇ ਦੀ ਹੈਲਪ ਕਰਨੀ ਹੈ ਜਿੰਨੀ ਅਸੀਂ ਕਰ ਸਕਦੇ ਹਾਂ। ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਧਨ ਹੀ ਦੇ ਸਕਦੇ ਹਾਂ। ਦੇਖੋ, ਜਿਸ ਦੇ ਕੋਲ ਕੋਈ ਧਨ ਹੈ, ਜੋ ਸਹਾਇਤਾ ਕਰ ਸਕਦਾ ਹੈ, ਉਹ ਕਰ ਸਕਦਾ ਹੈ, ਤੇ ਜਿਹਦੇ ਕੋਲ ਧਨ ਨਹੀਂ ਉਹ ਕੀ ਕਰੇ?
ਕਿਉਂਕਿ ਅਸੀਂ ਧਨ ਤੇ ਹੀ ਜ਼ੋਰ ਦਿੰਦੇ ਆ ਵੀ ਦਸਵੰਧ ਦਿਓ। ਹੁਣ ਜਿਹਦੇ ਕੋਲ ਧਨ ਨਹੀਂ ਉਹ ਕੀ ਕਰੇ? ਅਸੀਂ ਕਿਵੇਂ ਦੇ ਸਕਦੇ ਹਾਂ ਕਿਸੇ ਨਾ ਕਿਸੇ ਨੂੰ ਕੁਛ ਨਾ ਕੁਛ? ਹਰ ਬੰਦੇ ਦੇ ਕੋਲ ਬਹੁਤ ਕੁਛ ਹੈ ਅੱਗੇ ਦੇਣ ਲਈ। ਦੇਖੋ, ਮੈਂ ਮੰਨ ਲਓ ਸਪੋਜ਼ ਕਿ ਮੈਂ ਪੰਜਾਬੀ ਪੜ੍ਹਾ ਸਕਦਾ, ਤਾਂ ਮੈਂ ਹਫ਼ਤੇ ਵਿੱਚ 2-4 ਕਲਾਸਾਂ ਲਗਾ ਦਿਆਂ, ਕੋਈ 2-4 ਬੱਚਿਆਂ ਨੂੰ ਪੰਜਾਬੀ ਸਿਖਾ ਦਿਆਂ, ਕੁਛ 2-4 ਵੀਰਾਂ ਭੈਣਾਂ ਨੂੰ ਮੈਂ ਗੁਰਬਾਣੀ ਪੜ੍ਹਨੀ ਸਿਖਾ ਦਿਆਂ, ਤਾਂ ਮੈਂ ਇਹ ਦਸਵੰਧ ਕੀਤਾ ਨਾ, ਸੇਵਾ ਕੀਤੀ। ਇੱਕ ਬੰਦਾ ਹੈ ਕੰਪਿਊਟਰ ਦਾ ਮਾਸਟਰ ਹੈ, ਤਾਂ ਉਹ ਹਫ਼ਤੇ ਵਿੱਚ 1-2 ਦਿਨ ਸੰਡੇ ਸੈਚਰਡੇ ਕਲਾਸ ਲਗਾ ਕੇ 2-4 ਵੀਰਾਂ ਭੈਣਾਂ ਨੂੰ ਕੰਪਿਊਟਰ ਦੀ ਬੇਸਿਕ ਸਿੱਖਿਆ ਦੇ ਦੇਵੇ, ਜਿਸ ਲਈ ਉਹ ਕੋਈ ਈਮੇਲ ਵਗੈਰਾ ਜਾਂ ਹੋਰ ਕੁਝ ਛੋਟਾ ਮੋਟਾ ਕੰਮ ਕਰਨ ਜੋਗੇ ਹੋ ਜਾਣ। ਇੱਕ ਮਾਤਾ ਹੈ, ਉਹਦੇ ਕੋਲ ਟਾਈਮ ਹੈ, ਤਾਂ ਉਹ 2-4 ਕੁੜੀਆਂ ਨੂੰ, ਬੀਬੀਆਂ ਨੂੰ ਪ੍ਰਸ਼ਾਦਾ ਪਾਣੀ ਬਣਾਉਣੇ ਸਿਖਾ ਦੇ, ਪਰੌਂਠੇ ਬਣਾਉਣੇ ਸਿਖਾ ਦੇਵੇ, ਸਬਜ਼ੀ ਬਣਾਉਣੀ ਸਿਖਾ ਦੇਵੇ। ਯਾਨੀ ਜੋ ਵੀ ਗੁਣ ਕਿਸੇ ਦੇ ਕੋਲ ਹੈ ਉਹ ਅੱਗੇ ਵੰਡਣ ਦਾ ਯਤਨ ਅਸੀਂ ਕਰ ਸਕਦੇ ਨਾ। ਸਿੰਮਲ ਰੁੱਖ ਨਾ ਬਣੇ ਬੰਦਾ, ਨਿਮਰਤਾ ਹੋਵੇ ਤੇ ਅੱਗੇ ਵੰਡ ਕੇ ਛਕਣ ਦਾ ਯਤਨ। ਇਹ ਤੇ ਸੀ ਉਹਨਾਂ ਲੋਕਾਂ ਦੀ ਗੱਲ ਜਿਨ੍ਹਾਂ ਦੇ ਕੋਲ ਦੁਨਿਆਵੀ ਪਦਾਰਥ ਨੇ, ਲੇਕਿਨ ਉਹ ਸੱਪ ਦੀ ਤਰ੍ਹਾਂ ਕੁੰਡਲੀ ਮਾਰ ਬੈਠੇ ਨੇ, ਬਲੈਕ ਮਨੀ ਹੈ, ਲੇਕਿਨ ਉਹ ਕਿਸੇ ਦੀ ਹੈਲਪ ਨਹੀਂ ਕਰਦੇ। ਇਹ ਤੇ ਉਹਨਾਂ ਦੀ ਗੱਲ। ਦੂਜੀ ਸੀ ਜਿਹੜੇ ਝੂਠੀ ਨਿਮਰਤਾ ਵਿਖਾਉਂਦੇ ਨੇ ਠੱਗੀਆਂ ਮਾਰਨ ਵਾਸਤੇ, ਇਹੋ ਜਿਹੇ ਸਾਧਨ ਵਰਤਦੇ ਨੇ, ਨਿਮਦੇ ਨੇ ਔਰ ਕਿਸੇ ਦੀ ਮੌਤ ਦਾ ਕਾਰਨ ਬਣਦੇ ਨੇ, ਕਿਸੇ ਦੀ ਪ੍ਰੋਪਰਟੀ ਹੜਪ ਲੈਂਦੇ। ਹੁਣ ਅਗਲੇ ਸ਼ਲੋਕ ਦੇ ਵਿੱਚ ਬਚਨ ਕਰ ਰਹੇ ਨੇ ਜਿਹੜੇ ਧਰਮੀ ਲੋਕ ਨੇ, ਜੋ ਧਰਮ ਦਾ ਸਹਾਰਾ ਲੈਂਦੇ ਨੇ। ਪਹਿਲੇ ਵਾਲੇ ਨੇ ਨਿਮਰਤਾ ਦਾ ਸਹਾਰਾ ਲਿਆ ਹੈ, ਝੁਕਣ ਦਾ ਸਹਾਰਾ ਲਿਆ ਹੈ, ਉਹਦੇ ਨਾਲ ਸਵਾਰਥ ਪੂਰਾ ਕੀਤਾ ਹੈ, ਕਿਸੇ ਦਾ ਹੱਕ ਖਾਧਾ ਹੈ, ਉਹ ਠੀਕ ਨਹੀਂ ਹੈ। ਦੂਜਾ ਸਿੰਬਲ ਵਰਗਾ ਹੋ ਕੇ ਰਹਿਣਾ, ਉਹ ਠੀਕ ਨਹੀਂ ਹੈ। ਹੁਣ ਤੀਜੇ ਲੋਕ ਨੇ ਧਾਰਮਿਕ, ਜਿਨ੍ਹਾਂ ਦੇ ਵਿੱਚ ਸਾਡੇ ਵਰਗੇ ਲੋਕ ਪ੍ਰਚਾਰਕ ਵੀਰ ਆ ਜਾਂਦੇ ਨੇ, ਬਾਬੇ ਆ ਜਾਂਦੇ ਨੇ, ਜਾਂ ਹੋਰ ਧਰਮੀ ਲੋਕ ਆ ਜਾਂਦੇ ਨੇ। ਸਾਰੇ ਇੱਥੇ ਗੱਲ ਇੱਕ ਦੀ ਕਰਕੇ ਤੇ ਗੱਲ ਸਰਬ ਸਾਂਝੀ ਕਹੀ ਹੈ। ਹੁਣ ਗੱਲ ਕਰਦੇ ਨੇ ਪਏ ਬ੍ਰਾਹਮਣ ਦੀ, ਜੋ ਪੁਜਾਰੀ ਹੈ। ਦੇਖੋ, ਕਿਸੇ ਬ੍ਰਾਹਮਣ ਜਾਤ ਦੀ ਸਾਰਿਆਂ ਦੀ ਗੱਲ ਨਹੀਂ ਹੈ, ਇਹ ਉਹਨਾਂ ਦੀ ਗੱਲ ਹੈ ਜੋ ਇਹ ਗਲਤ ਕਰਮ ਕਰਦੇ ਨੇ। ਪੜ੍ਹ ਪੁਸਤਕ ਸੰਧਿਆ ਬਾਦਮ, ਕਿ ਇਹ ਸੱਜਣਾ ਧਾਰਮਿਕ ਬੰਦਾ ਹੈ, ਪੁਜਾਰੀ ਹੈ, ਜਿਹੜਾ ਧਰਮ ਗ੍ਰੰਥ ਪੜ੍ਹ ਰਿਹਾ ਹੈ ਤੇ ਸੰਧਿਆ ਕਰਦਾ ਹੈ ਤ੍ਰਿਕਾਲ, ਸਵੇਰੇ ਦੁਪਹਿਰ ਸ਼ਾਮ ਦੀਵਾ ਬੱਤੀ ਕਰਨਾ, ਸੰਧਿਆ ਦੇ ਸਮੇਂ ਦੀ ਪ੍ਰਾਰਥਨਾ ਕਰਨੀ, ਸਵੇਰ ਦੀ, ਸ਼ਾਮ ਦੀ, ਦੁਪਹਿਰ ਦੀ। ਬਾਦੰ, ਬਾਦੰ ਦਾ ਮਤਲਬ ਵਾਦ ਵਿਵਾਦ, ਵਿਚਾਰ ਚਰਚਾ, ਝਗੜਾ, ਬਹਿਸ। ਕਿ ਤੂੰ ਧਾਰਮਿਕ ਗ੍ਰੰਥ ਵੀ ਪੜ੍ਹਦਾ, ਦੀਵਾ ਬੱਤੀ ਵੀ ਕਰਨਾ, ਤੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਜੋ ਤੂੰ ਗਿਆਨ ਹਾਸਲ ਕੀਤਾ ਹੈ ਉਹਦੇ ਨਾਲ ਵਾਦ ਵਿਵਾਦ ਵੀ ਕਰਦਾ, ਝਗੜੇ ਵੀ ਕਰਦਾ। ਹੁਣ ਧਾਰਮਿਕ ਗ੍ਰੰਥ ਝਗੜਿਆਂ ਵਾਸਤੇ ਤੇ ਨਹੀਂ ਸੀ। ਜੇ ਅਸੀਂ 2 ਮਿੰਟ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਗੱਲ ਕਰ ਲਈਏ, ਤਾਂ ਇਹ ਬਾਣੀ ਲੜਨ ਵਾਸਤੇ ਤਾਂ ਨਹੀਂ ਨਾ ਕਿ ਅਸੀਂ ਸਾਰੇ ਭੈਣ ਭਰਾ ਲੜੀਏ, ਝਗੜੀਏ। ਇਹਦੇ ਵਾਸਤੇ ਬਾਣੀ ਥੋੜਾ ਹੈ। ਬਾਣੀ ਤਾਂ ਸਾਨੂੰ ਰੱਬ ਦੇ ਵਿੱਚ ਅਭੇਦ ਕਰਨ ਦੀ ਜੁਗਤੀ ਦੱਸਦੀ ਹੈ, ਸਾਨੂੰ ਰੱਬ ਵਰਗਿਆਂ ਬਣਾਉਂਦੀ ਹੈ, ਸਾਡੇ ਆਚਰਨ ਆਦਰਸ਼ ਨੂੰ ਉੱਚਿਆਂ ਚੁੱਕਦੀ ਹੈ, ਸਾਡੀਆਂ ਸਾਰੀਆਂ ਭੁੱਖਾਂ ਗਵਾ ਦਿੰਦੀ ਹੈ, ਸਾਡੇ ਅੰਦਰ ਆਨੰਦ ਦਾ ਜੀਵਨ ਸਾਡੇ ਅੰਦਰ ਪੈਦਾ ਕਰਦੀ ਹੈ, ਗਿਆਨ ਦਾ ਦੀਵਾ ਜਗਾਉਂਦੀ ਹੈ। ਬਾਣੀ ਤਾਂ ਵਿਸ਼ਵ ਸ਼ਾਂਤੀ ਦੀ ਗੱਲ ਕਰਦੀ, ਲੇਕਿਨ ਅਸੀਂ ਬਾਣੀ ਨੂੰ ਪੜ੍ਹ ਕੇ ਲੜ ਰਹੇ ਹਾਂ। ਆਮ ਜੋ ਬੰਦੇ ਨੇ, ਬਹੁਤਾਤ ਗਿਣਤੀ, ਬਾਣੀ ਨੂੰ ਪੜ੍ਹ ਕੇ ਲੜ ਰਹੇ ਨੇ, ਮਰਿਆਦਾ ਦੇ ਨਾਮ ਤੇ ਝਗੜੇ ਨੇ। ਔਰ ਇਹ ਕੇਵਲ ਸਾਡੀ ਗੱਲ ਨਹੀਂ, ਇਹ ਸਾਰਿਆਂ ਧਰਮਾਂ ਵਿੱਚ ਵੇਖ ਸਕਦੇ ਹੋ। ਇਸਲਾਮ ਦੇ ਵਿੱਚ ਵੀ ਸੀਆ ਸੁੰਨੀ ਉਹਨਾਂ ਦੀ ਆਪਸੀ ਵਿਚਾਰਕ ਸਾਂਝ ਨਹੀਂ ਹੁੰਦੀ। ਈਸਾਈਆਂ ਦੇ ਵਿੱਚ ਕੈਥੋਲਿਕ ਔਰ ਪ੍ਰੋਟੈਸਟੈਂਟੀ, ਉਹਨਾਂ ਦੀ ਆਪਸੀ ਸਾਂਝ ਨਹੀਂ ਹੈ। ਹਿੰਦੂ ਵੀਰਾਂ ਵਿੱਚ ਬੜੇ ਫਿਰਕੇ ਨੇ, ਤੇ ਸਿੱਖਾਂ ਦੇ ਅੰਦਰ ਮਰਿਆਦਾ ਦੇ ਨਾਮ ਤੇ ਜੋ ਕੁਛ ਹੁੰਦਾ ਹੈ ਤੁਹਾਡੇ ਸਾਹਮਣੇ ਹੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪੜ੍ਹ ਪੁਸਤਕ ਸੰਧਿਆ ਬਾਦੰ, ਤੂੰ ਧਰਮ ਗ੍ਰੰਥ ਵੀ ਪੜ੍ਹਦਾ ਹੈ, ਦੀਵਾ ਬੱਤੀ ਕਰਦਾ ਹੈ, ਨਾਲ ਝਗੜੇ ਕਰਦਾ ਹੈ। ਸਿਲ ਪੂਜਸ ਬਗੁਲ ਸਮਾਧਨ, ਤੂੰ ਪੱਥਰ ਦੀ ਪੂਜਾ ਕਰ ਰਿਹਾ, ਪੱਥਰ ਦੇ ਵਿੱਚੋਂ ਰੱਬ ਪਾਣਾ ਚਾਹੁੰਦਾ, ਤੇ ਬਗਲਿਆਂ ਵਾਲੀਆਂ ਸਮਾਧੀਆਂ ਵੀ ਲਾ ਰਿਹਾ, ਅੱਖਾਂ ਬੰਦ ਕਰਕੇ ਬੈਠਾ।
इस तरह बैठे होंगे ने बहुत सारे लोग। ਤੇ देखो बगुल समाधन किनू कहते ने। बगुल समाधन, बगुल का मतलब बगला। बगला पानी दे विच है और एक पैर दे उत्ते खलोता है, बिल्कुल अडोल खलोता है, अद्धियां अखां भी बंद ने ते कपड़े भी उहदे यानी पंख भी उहदे बिल्कुल चिट्टे ने। तीरथ दे विच ओह खलोता है या साफ सुथरे पानी विच खलोता है, एक पैर ते खलोता है, अद्धियां अखां बंद ने, चिट्टे साफ सुथरे कपड़े ने। इंज लगदा जिवें इहने समाधि लाई है, ध्यान दे विच खलोता, और बगले तो ज्यादा ध्यान तुसीं ला नहीं सकते। पर जदों कोई डड्डी मच्छी आउंदी है, झड़प्पा मारदा, मजाल है कि डड्डी मच्छी बच के चली जाए, खा जांदा। हुण इह समाधि काहदे वास्ते सी, ध्यान काहदे वास्ते सी? रब नूं मिलण लई थोड़ा, जीव जनता नूं फसाण वास्ते सी। ते गुरु जी पुजारी नूं कह रहे ने, तू धर्म ग्रंथ पढ़दा है, संध्या करदा है, वाद विवाद करदा है, मूर्ति पूजा करदा है, ते नाल बगलियां वालियां समाधियां लाना दूजियां नूं ठगण वास्ते, दूजियां तो धन अर्जित करने वास्ते। अंदर तेरे कुछ होर है ते बाहर तेरे कुछ होर है। एक साखी आउंदी है ना कि गुरु नानक देव जी जा रहे सन ते रास्ते दे विच कुछ लोग इकट्ठे सन ते एक बाबा समाधि विच बैठा सी ते कह रहा सी, मैनू तिन्ने लोक, शिव लोक, ब्रह्मा लोक, परलोक सब कुछ नजरी आ रहा है, 3 लोक मैनू आकाश पताल नजरी आ रहे हैं। ते लोग ਉਹਦੇ सामने पए हुए लोटे विच पैसे पा रहे सन, तन तन दी आवाज हो रही सी। अखां ਉਹਨੇ बंद कीतियां सी, थोड़ी देर बाद थोड़ा जिहा खोल के वेख लैंदा सी। लोग ਉਹਨੂੰ समझ रहे सन त्रिकालदर्शी की बहुत वड्डा समाधि ध्यान लाने वाला बंदा। गुरु नानक पातशाह जी ने भाई मरदाना नूं इशारा किया ते भाई मरदाना जी ने ਉਹਦਾ लोटा पैसिਆਂ वाला चुक के ਉਹਦੇ पिछे रख दिता, आप भी बह गए। हुण टन टन की आवाज आनी बंद हो गई ते जदों उन्हें थोड़ी काणी नजर नाल इंज करके वेख्या ना, साइड ते भी अगे गड़वा ते है नहीं, गड़वा कौन लै गया? बस खुल गई समाधि, लोहा लाखा हो गया। कौन है जिसने महापुरुषों के नाल मजाक किया है? मैं भस्म कर देंगा, मैं साड़ देंगा, मैं सराफ दे देंगा, 7 जन्म भ्रष्ट कर देंगा, कुल्ला नाश कर दे। लोग डर रहे सन ते गुरु पातशाह जी कहने लगे, ब्रह्म ज्ञानी जी, संत बाबा जी, इन्ना नाराज होने की की लोड़ है? अग बबूला क्यों हो रहे हो कि किन्ने चुक्या है? 2 पल पहला तुसी कह रहे सी मैनू 3 लोक दिस रहे ने, मैं तुहाडे मन की गल जान सकदा हां, तुहाडा मैं भविख दस सकदा हां, मैं हुण ब्रह्म लोक ते शिव लोक दे विच विचर रहा, तैनू 3 लोक दिसते ने ते अपना गड़वा वेख किहड़े लोक विच? तैनू पिछे पिया अपना गड़वा नहीं दिसता? पिछे पिया गड़वा नहीं दिसता? तां गुरु नानक देव जी ने लोकां नूं दस्सिया कि समाधियां झूठियां ने। उन्हें भी मुआफी मंगी कि पातशाह मैं लोकां नूं ठग रहा सा। इहनूं कहंदे ने बगुल समाधि। ते अज भी बगल समाधियां लगाईयां जा रही ने। ये जरूरी नहीं कि अखां ही बंद करो, बड़े ढंग तरीकों के नाल आम लोगों का इमोशनल ब्लैकमेल किया जाता है। तो गुरु जी कहते हैं, ए पुजारी वर्ग, तू यह कुछ कर रहा है। ते अगला बचन बड़ा प्यारा, कहते ने, मुख झूठ विभूखण सारंग। हुण गुरु पातशाह जी कहते हैं विभूखण का मतलब गहने ते सारंग का मतलब सोने। कि तेरे मुंह दे विच ते झूठ है, मुंह च झूठ बोलना है, लेकिन उन्होंने सोहने गहणियां की तरह श्रृंगार के पेश करदा है। पेश एवें करदा है कि वह सच जापदा है। मुख झूठ विभूखण सारंग, है झूठ पर बोलदा ऐसे तरीके दे नाल है, गहणियां की तरह ऐन श्रृंगार के कि वह तेरा झूठ भी सच लगदा है और हकीकत है। देखो बहुत वड्डे वड्डे झूठ बोले गए ने पुजारी वर्ग वालों, अज भी बोले जा रहे हैं, और इन्हें श्रृंगार श्रृंगार के पेश किए ने कि वह झूठ साडे मन दियां गहराइयां विच उतर गए ने ते असीं उन्हां नूं सच मन बैठे हां। ते अज जे कोई उन्हां झूठां दे खिलाफ बोलदा है ते सानूं इह लगदा है बंदा झूठ बोल रहा है, ते पुजारी कहंदे ने चुक लो पत्थर ते मारो इहनूं। देखो नरक और स्वर्ग झूठ है, मरण तो बाद कोई नरक नहीं, कोई स्वर्ग नहीं।
गुरु जी पावन बाणी विच कहंदे ने, कवन नरक क्या सुरग विचारा, संतन दो राधे, हम काहू की कान ना कटते, अपने गुर प्रसादे। पर इन्ना श्रृंगार श्रृंगार के पेश किया गया है कि जे तुसी दान पुण्य करोगे तुहानू अगे 70 गुना मिलेगा। तुहानू उत्थे शुद्ध शराब दीयां नदियां वग रहीआं ने, अंगूरां दे शराब दी, शुद्ध शहद दीयां नदियां वग रहीआं ने, बड़े उत्थे बाग बगीचे ने, बेमौसमे फल ने, खाण वास्ते रसगुल्ले, गुलाब जामुन, बर्फी, समोसे, पकौड़े, पीजे, बर्गर, वेज नॉन वेज सब कुछ तैयार है। बिस्तरे बड़े वधिया सोने दे बैडां दे उत्ते बिछे ने, परियां जिहड़ियां ने तुहाडे उत्ते पक्खे चलणगीਆਂ, इन्ना कुछ मिलेगा। किन्ना श्रृंगार के पेश की। ते नरक दे अंदर पाओगे जे तुसी दान पुण्य ना कीता। नरक दे विच तुहानू तेल दे विच तलणगे, अग दे विच साड़नगे, तुहानू वैतरनी नदी दे अंदरों खिंचिया जाएगा, रेते दे अंदर तुरया जाएगा, नेजे मार मार के विन्निया जाएगा, ते फिर विन विन के तुहानू फिर तलणगे तेल च सड़ जाओगे, फिर बाहर कढ के तुहाडे ते दोबारा चमड़ी पैदा करके फिर तेल च सुट दिता जाएगा। किन्ना शिंगारिया गया। ते अज साडे भी लोग मतलब हर धर्म विच ही ने, इन्ना शिंगार के पेश किया जाता है झूठ नू कि बंदा उस झूठ नू ही मान लैंदा है। गुरु जी कहते ने, मुख झूठ, तू झूठ बोल रहे हैं, विभूकण सारंग लेकिन गहणियां की तरह शिंगार के बोलते। हुण भूत प्रेत ने, किन्ना बाबे साडे जिहड़े भूत प्रेत कड्ढण वाले, जंतरा मंत्रा वाले शिंगार शिंगार के पेश करते हैं, लोग मान लैंदे ने। हुण बंदा पुछे भी जे भूत चंबड़दा है, जिहड़ियां आत्मावां दी मुक्ति नहीं हुंदी ते उन्हां दियां आत्मावां भूत बन के चंबड़दियां ने, ते कदे किसी गां मੱਝ नूं वेखिआ भूत चंबड़दा कि किसी मੱਝ नूं भूत चंबड़ गया होवे ते मੱਝ बोल बोल के दसदी होवे, मੱਝ बोलन लग गई होवे, आवाज कढे। कदे किसी गां नूं, किसी कुत्ते बिल्ली नूं भूत चंबड़िया होवे। बंदियां दियां आत्मावां ते भटकदियां ने, उन्हां नूं चंबड़ना चाहिए पर नहीं चंबड़दियां। कदे वेख्या भी किसी नूं कुत्ते दा भूत चंबड़ गया होवे ते बंदा कुत्ते दी तरह भौंकदा होवे, जां गां दी तरह तुरन लग जावे ते बंदा जिहड़ा है दुध देण लग जाए, गां दा भूत चंबड़ गया ना, एवें नहीं ना हुंदा। एवें शिंगार शिंगार के पेश किया गया। फिर पहला भूत प्रचारे ते बाद विच इह प्रचारिया कि साडे कोल शक्ति, असीं भूत कढ सकदे हां। बड़े वड्डे वड्डे कारोबार चल रहे हैं, बाबे वडभाग सिंह दा डेरा वेख लो, बिल्कुल झूठ दे बेस ते चल रहा, क्योंकि झूठ पेश किया जा रहा है। इसलिए गुरबाणी नूं पढ़ के असीं गुरबाणी नूं बेस बना के सोचना, किसी बंदे ते विश्वास नहीं। मेरा मतलब ये नहीं कि विश्वास करो ही ना, उस जो बंदा गल कह रहा ना, उन्होंने गुरबाणी की कसवटी ते परख लो। ਜਿਹੜੀ चीज बाणी की कसवटी ते पूरी उतरे वो सच्ची है, बाकी नूं छड्ड दो भावें किसी दी होवे। मुख झूठ विभूखण सारन, मूंह चों तू झूठ बोल रहे हैं ते गहणियां की तरह शिंगार के बोल रहे हैं। त्रेपाल तिहाल विचारन, त्रेपाल तिहाल, त्रेपाल का मतलब तिन्ना पालों वाला जो गायत्री मंत्र है। तिहाल का मतलब तिन्ने वेले, विचारन का मतलब तू विचारदा है। तो गुरु पातशाह जी कहते ने कि तू 3 वेले पाठ विचार भी करदा है। गायत्री का दिन दे विच 3 वेली पाठ करदा है, 3 पदां वाली गायत्री ओदा तू पाठ करदा। मूंह चों तू झूठ बोलदा है, पत्थरां आदि की तू पूजा करदा है। हुण अगे असलीयत दसदे ने कि असलीयत की है। जे जानस ब्रह्मं कर्मं, गुरु पातशाह जी कहते हैं कि जे ए ऐसा पुजारी असली रब्बी करम, ब्रह्मन कर्मन का मतलब रब दा करम, रब दी रजा, रब दा भाना, रब दी सिफत सलाह दे कर्म नूं जान लवे ना, सब फोकट निश्चो कर्मं, निश्चो का मतलब निश्चित जानो कि सारे कर्म फोकट ने, इन्हां कम्मां दा कोई लाभ नहीं। तुहाडी झूठी निमरता, झूठे मत्थे टेकने, तुहाडे पाठ पूजा, जेकर अंदर सच नहीं, इंसानियत नहीं, अंदरों बाहरों एक नहीं, तो सब फोकट कर्म ने, इन्हां दा धर्म दे नाल कोई संबंध नहीं। जे जानस ब्रह्मन कर्मन, सब फोकट निश्चो कर्मन, निश्चो का मतलब निश्चित तौर पर यह जान लो कि सारे कर्म फजूल ने। हुण देखो, जदों ब्राह्मण की गल हुंदी कि पत्थर पूजा करदा है, सानू कोई इतराज नहीं, सानू बड़ी खुशी हुंदी।
पर जदों साडे वल गल आउंदी है कि असीं भी बाबे नानक दीयां फोटोआं दे अगे मत्थे टेकदे हां, फिर सानूं मिर्चां लगदियां, फिर गुस्सा चढ़दा है। गल ये भी उही है, चाहे तुसीं पूजा मूर्ति दी कर लो जां पूजा फोटो दी कर लो, किसी भी फोटो नूं रख लो, फोटो अगे धूफां दिखा लो, मत्थे टेक लो और मूंह दे विचों झूठ बोली जाओ। पाठ पूजा करो पुजारी की तरह ते मूंह चो झूठ बोलो, लोगों को इमोशनल ब्लैकमेल करो, तो यह धर्म नहीं है, ये फोकट कर्म ने। हुण अगे कर कहंदे ने, कहो नानक निश्चो ध्यावै, असलीयत बयान करदे ने। कहो नानक निश्चो ध्यावै, निश्चो का मतलब निश्चय नाल, विश्वास दे नाल, प्यार दे नाल। ध्यावे का मतलब ध्यावे, उहदे गुण गावे, ਉਹਦੇ ਗੁਣਾਂ ਦਾ ਧਾਰ ਨਹੀਂ ਹੋਵੇ, ਅੰਦਰੋਂ ਬਾਹਰੋਂ ਇੱਕ ਹੋਵੇ, ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇ, ਮਨ ਵਿੱਚ ਵੀ ਸੱਚ ਹੋਵੇ, ਬੋਲਾਂ ਵਿੱਚ ਵੀ ਸੱਚ ਹੋਵੇ, ਵਿਹਾਰ ਦੇ ਅੰਦਰ ਵੀ ਸੱਚ ਹੋਵੇ। ਜੇ ਅਸੀਂ ਬਾਣੀ ਪੜ੍ਹਦੇ ਆ ਨਾ, ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜੇ ਇਹ ਬਾਣੀ ਪੜ੍ਹ ਰਹੇ ਆ ਤੇ ਇਹਦੇ ਤੇ ਅਮਲ ਵੀ ਕਰਦੇ ਹੋਈਏ। ਸਭ ਮਹਿ ਜੋਤ ਜੋਤ ਹੈ ਸੋਏ, जे असी ये बाणी का पाठ कर रहे हैं तो ये अमल भी करिए, हर एक दे अंदर रब नूं वेख, हर एक दे नाल रब वाला प्यार सत्कार करिए। असी पढ़ते हैं ना, फक्कड़ जाति फक्कड़ नाओ, ये जाति जिहड़ी है बेकार दी व्यर्थ गल है, जानो जोत ना पूछो जाति, आगे जात ना है। कि किसी बंदे दे अंदर वसती रब दी जोत नूं वेखो, उहदी जात नूं ना वेखो। पर असीं ये पढ़न वाले सारे जातां पुछने ना, जातिवाद विच फसे हैं ना। असीं पढ़दे ते इह आ, रहत मर्यादा विच तां इह लिखिआ है कि बच्चे दी जे कुड़माई करनी है तां कुड़माई करनी जरूरी नहीं, पर जे करनी होवे ते कोई भी एक दिन निश्चित करके दोवें परिवार बेटे बेटी वाले, बेटे दी झोली दे अंदर एक किरपान छोटी ते एक कड़ा ते कुछ मिठा पा दिता जाए। हुण 200-250 का समान है, की फर्क पैंदा है। एवें तुसीं कुड़माई कर लो जे करनी चाहते हो, नहीं तो कुड़माई की लोड़ नहीं, पर जे करनी है तो एवें। पर असीं किन्ने क एवें करने आ, गल तां उही हो गई ना भी असीं शंगार के पेश कर रहे हैं ते कर कुछ होर रहे। ये हर धर्म के पुजारी वर्ग उत्ते, हर धर्मी बंदे ते, चाहे वह किसी भी धर्म का है, जो धर्म विच विश्वास रखता है, ये गल्लां सारियां वास्ते ने, सांझियां ने। कि साडा बनावटी जीवन नहीं होना चाहिए, धोखे वाला, कहना कुछ होर करना कुछ होर। तो गुरु पातशाह जी कहंदे ने, कहो नानक निहचों ध्यावै, निश्चय दे नाल, विश्वास दे नाल, जिनके मन साचा विश्वास, पेख पेख स्वामी की शोभा, आनंद सदा उल्लास। जिंदगी विच आनंद पैदा होएगा। पर हुण सवाल पैदा हुंदा है कि ऐसी जिंदगी मिले किवें, सानू साधन कित्थों मिलन। क्योंकि एक फार्मूला है जिंदगी दे उत्ते विच लागू करन लई कि साडा गोल की है, दूजे नंबर ते कि उस गोल ते पहुंचण लई सोर्सिस साधन की ने, तीजे नंबर ते उस साधन कित्थों मिलणगे, ते चौथे नंबर ते उस साधन किवें मिलणगे, ते पंजवें नंबर ते असीं किन्ने देर विच अपने एम ते पहुंच जांगे, गोल ते पहुंच जावांगे। जे असीं टाइम फिक्स नहीं करते तो असीं कदे भी अपने गोल ते नहीं पहुंच सकते। हुण सानू इन्हां चीज़ां दा पता लग गया, पर हुण सवाल ये है कि ये जो साडी मंजिल है अंदरों बाहरों एक होण दी, उच्ची सुच्ची जिंदगी जीण दी, मिठत नीवी नानका गुण चंगियाइयां तत्त वाला जीवन प्राप्त करन दी मंजिल दा तां पता लग गया कि बहुत वधिया विचार है गुरु पातशाह जी दी, पर ये मिली क्यों नहीं, ऐसी जिंदगी मिली क्यों नहीं। और जे असीं चाहते हैं सानू मिले तो वह किवें मिलेगी। हुण गुरु जी लास्ट विच कह रहे ने, रिण सतगुर वाट ना पावै। वाट दा मतलब रास्ता, गुरु तो बिना धर्म दा असल रास्ता नहीं मिलता, गुरु तो बिना जीवन दी सही जुगत नहीं मिलती। ते साडी जो कमी रही है वो यही रही है कि असीं गुरु ग्रंथ साहिब जी तो अगवाई नहीं लई, असीं आप बाणी नूं नहीं पढ़िया। एक कन्ने ने साडे ते बहुत मार मारी है, असीं पाठ करना सी,
ਪਾਠ ਕਰਨ ਲਈ ਕਿਹਾ ਗਿਆ ਸੀ, ਪਰ ਅਸੀਂ ਕਰਾਉਣ ਲੱਗ ਗਏ, ਰਾਰੇ ਨਾਲ ਕੰਨਾਂ ਗਲਤ ਲਾ ਦਿੱਤੇ, ਪਾਠ ਕਰਾਉਣ ਲੱਗ ਗਏ। ਹੁਣ ਪਾਠ ਕਰਾ ਰਹੇ ਹਾਂ ਤਾਂ ਸਹਿਜ ਪਾਠ ਜਾਂ ਅਖੰਡ ਪਾਠ ਦਾ ਰਹਿਤ ਮਰਿਆਦਾ ਵਿੱਚ ਇੱਕ ਬਹੁਤ ਪਿਆਰਾ ਬਚਨ ਲਿਖਿਆ ਹੈ ਕਿ ਜਿਨ੍ਹਾਂ ਨੇ ਪਾਠ ਕਰਨਾ ਕਰਾਣਾ ਹੈ ਉਹ ਪਰਿਵਾਰ ਜਾਂ ਸੰਗਤ ਆਪ ਮਿਲ ਕੇ ਪਾਠ ਕਰਨ, ਆਪ ਮਿਲ ਕੇ ਸਾਰਾ ਪਰਿਵਾਰ। ਤੇ ਜੋ ਵੀਰ ਭੈਣਾਂ ਪਾਠ ਨਹੀਂ ਕਰ ਸਕਦੇ ਉਹ ਬੜੇ ਪਿਆਰ ਨਾਲ ਬਹਿ ਕੇ ਪਾਠ ਸੁਣਨ। ਐਵੇਂ ਨਾ ਹੋਵੇ ਕਿ ਪਾਠੀ ਇਕੱਲਾ ਹੀ ਪੜ੍ਹਦਾ ਰਵੇ ਤੇ ਸੁਣਨ ਵਾਲਾ ਕੋਈ ਹੋਵੇ ਹੀ ਨਾ। ਤੇ ਸਾਡੇ ਤੇ ਬਹੁਤੇ ਐਵੇਂ ਹੁੰਦੇ ਨੇ ਨਾ, ਗੁਰਦੁਆਰਾ ਫੋਨ ਕਰਤਾ, ਭਾਈ ਜੀ ਪਾਠ ਰੱਖ ਦਿਓ, ਤੇ ਅਸੀਂ ਆਉਣਾ ਸੀ ਪਰ ਆ ਨਹੀਂ ਸਕੇ। ਸਾਰਾ 3 ਦਿਨ ਨਹੀਂ ਵੜੇ ਗੁਰਦੁਆਰੇ। ਤੇ ਭੋਗ ਵਾਲੇ ਦਿਨ ਫਿਰ ਜਦੋਂ ਉਧਰੋਂ ਪਾਠ ਦਾ ਭੋਗ ਪੈਣ ਵਾਲਾ ਹੁੰਦਾ, ਭਾਈ ਜੀ ਹੌਲੀ ਕਰੋ, ਸਾਡਾ ਚਾਚਾ ਨਹੀਂ ਆਇਆ, ਭੂਆ ਲੇਟ ਹੋ ਗਈ ਹੈ, ਮਾਸੀ ਨਹੀਂ ਆਈ। ਭਾਈ ਵਿਚਾਰੇ ਫਿਰ ਬੈਠੇ ਹੁੰਦੇ ਨੇ ਲੰਮੀਆਂ ਹੇਕਾਂ ਲਾ ਕੇ। ਤਾਂ ਉਹਦਾ ਲਾਭ ਕੀ ਹੋਇਆ? ਹੁਣ ਦੇਖੋ, ਕਈ ਲੋਕ ਕਹਿਣਗੇ ਜੀ ਪਾਠ ਦੇ ਖਿਲਾਫ ਨਹੀਂ ਬੋਲ ਰਹੇ, ਗੱਲ ਤੇ ਇਹ ਸੀ ਵੀ ਬਾਣੀ ਸੁਣ ਕੇ ਅਮਲ ਕਰਨਾ ਸੀ। ਤੇ ਅਸੀਂ ਫਿਰ ਕਈ ਵਾਰੀ ਕਹਿੰਦੇ ਆ ਵੀ ਹੁਣ ਅੱਜ ਸਾਡੇ ਤੋਂ ਆਇਆ ਨਹੀਂ ਗਿਆ, ਤੇ ਹੁਣ ਇੰਝ ਕਰਿਆ ਜੇ ਭਾਈ ਜੀ ਸੌਰੀ, ਭੇਟਾ ਅਸੀਂ ਭੇਜ ਰਹੇ ਆ ਬੇਬੇ ਦੇ ਹੱਥ, ਤੇ ਹੁਕਮਨਾਮਾ ਲਿਖ ਕੇ ਦੇ ਗਿਆ, ਬੇਬੇ ਨੂੰ ਫੜਾ ਦਿਆ, ਜੇ ਬੇਬੇ ਲੈ ਆਵੇਗੀ ਪੰਨਾ, ਗੜਬੜ ਹੋ ਗਿਆ ਨਾ। ਤਾਂ ਗੁਰੂ ਜੀ ਕਹਿੰਦੇ ਨੇ ਵਿਣ ਸਤਿਗੁਰ ਵਾਟ ਨਾ ਪਾਵੇ, ਗੁਰੂ ਤੋਂ ਬਿਨਾ ਜੀਵਨ ਦਾ ਸਹੀ ਰਾਸਤਾ ਨਹੀਂ ਮਿਲਦਾ। ਇਸ ਲਈ ਅਸੀਂ ਗੁਰਬਾਣੀ ਨੂੰ ਆਪ ਪੜ੍ਹਨਾ। ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਆਪ ਪੜ੍ਹਨਾ, ਗੁਰਬਾਣੀ ਨੂੰ ਆਪ ਵਿਚਾਰਨਾ ਔਰ ਗੁਰਬਾਣੀ ਮੁਤਾਬਕ ਚੱਲਣ ਦਾ ਪ੍ਰਣ ਲੈਣਾ। ਮੈਂ ਵੀ ਤੇ ਤੁਸੀਂ ਵੀ, ਅਸੀਂ ਸਾਰੇ ਨਾ ਵੀਰ ਭੈਣਾਂ ਹਾਂ, ਸਾਡਾ ਇੱਕ ਪਰਿਵਾਰ ਹੈ। ਮੈਂ ਤੁਹਾਡੇ ਇੱਕ ਪਰਿਵਾਰ ਦਾ ਮੈਂਬਰ ਹਾਂ। ਮੈਨੂੰ ਇਹ ਨਾ ਸਮਝੋ ਕਿ ਮੈਂ ਪ੍ਰਚਾਰਕ ਹਾਂ ਤੇ ਮੈਂ ਤੁਹਾਨੂੰ ਸਿੱਖਿਆ ਦੇ ਰਿਹਾ ਨਾ। ਅਸੀਂ ਸਾਰੇ ਭੈਣ ਭਰਾ ਮਿਲ ਕੇ ਵਿਚਾਰ ਕਰ ਰਹੇ ਹਾਂ ਔਰ ਸਾਡਾ ਇੱਕ ਪਰਿਵਾਰ ਹੈ, ਤੇ ਅਸੀਂ ਪਰਿਵਾਰ ਦੇ ਸਾਰੇ ਵੀਰਾਂ ਭੈਣਾਂ ਨੇ ਮਿਲ ਕੇ ਆਪਣੇ ਆਪ ਨੂੰ ਵਾਚਣਾ ਹੈ ਕਿ ਅਸੀਂ ਕਿੱਥੇ ਖੜੇ ਹਾਂ। ਹੁਣ ਅਗਲੀ ਪੌੜੀ ਦੇ ਵਿੱਚ ਸਾਨੂੰ ਹੋਰ ਪਿਆਰ ਦੇ ਨਾਲ ਸਮਝਾ ਰਹੇ ਨੇ। ਹੁਣ ਕਿਉਂ ਬੰਦਾ ਇਹੋ ਜਿਹੀਆਂ ਠੱਗੀਆਂ ਮਾਰਦਾ ਹੈ, ਕਿਉਂ ਇਹੋ ਜਿਹੇ ਕਰਮ ਕਰਦਾ ਹੈ? ਬੰਦਾ ਜਾਣਦਾ ਬੁੱਝਦਾ, ਜਦੋਂ ਅਸੀਂ ਝੂਠ ਬੋਲਨੇ ਆ ਨਾ ਇੱਕ ਦੂਜੇ ਅੱਗੇ, ਪਤਾ ਹੁੰਦਾ ਹੈ ਕਿ ਅਸੀਂ ਝੂਠ ਬੋਲ ਰਹੇ ਹਾਂ, ਪਰ ਝੂਠ ਬੋਲੀ ਜਾਂਦੇ ਆ। ਹੁਣ ਜਿੰਨੇ ਵੀ ਅਸੀਂ ਵੀਰ ਭੈਣਾਂ ਬੈਠੇ ਆ, ਦੇਖੋ ਸਾਨੂੰ ਕਿੰਨਿਆਂ ਵੀਰਾਂ ਨੂੰ ਪਤਾ ਹੈ ਵੀ ਅੰਮ੍ਰਿਤ ਛਕਣਾ ਚਾਹੀਦਾ ਕਿ ਨਹੀਂ ਛਕਣਾ ਚਾਹੀਦਾ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਵੀ ਛਕਣਾ ਚਾਹੀਦਾ ਜਾਂ ਨਹੀਂ ਛਕਣਾ ਚਾਹੀਦਾ। ਸਾਨੂੰ ਝੂਠ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ। ਸਾਨੂੰ ਲੜਨਾ ਚਾਹੀਦਾ ਕਿ ਨਹੀਂ ਲੜਨਾ ਚਾਹੀਦਾ। ਘਰ ਦੇ ਵਿੱਚ ਨੂੰਹ ਸੱਸ ਭੈਣ ਭਰਾ ਮਾਂ ਬਾਪ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ ਕਿ ਲੜਾਈ ਝਗੜਾ ਦੰਗਾ ਕਰਕੇ। ਸਾਨੂੰ ਈਰਖਾ ਦਵੈਸ਼ ਕਰਨੀ ਚਾਹੀਦੀ ਕਿ ਨਹੀਂ। ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ ਨਾ ਵੀ ਚੰਗਾ ਇਹ ਹੈ, ਮਾੜਾ ਇਹ ਹੈ, ਗਲਤ ਇਹ ਹੈ, ਠੀਕ ਇਹ ਹੈ, ਸਾਨੂੰ ਪਤਾ ਹੈ ਨਾ। ਤੇ ਫਿਰ ਵੀ ਜੇ ਅਸੀਂ ਸਹੀ ਦੀ ਚੋਣ ਨਾ ਕਰੀਏ ਫਿਰ ਗਲਤੀ ਕਿਹਦੀ ਹੈ? ਸਾਡੀ ਹੈ ਨਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਗਲਤੀਆਂ ਕਿਉਂ ਕਰ ਰਹੇ ਆ। ਕਈ ਤਾਂ ਅਣਜਾਣਪੁਣੇ ਵਿੱਚ ਕਰ ਰਹੇ ਨੇ, ਉਹਨਾਂ ਨੂੰ ਪਤਾ ਨਹੀਂ, ਤੇ ਕਈ ਸਾਡੇ ਵਰਗੇ ਜਿਹੜੇ ਨੇ ਜਾਣਬੁੱਝ ਕੇ ਕਰ ਰਹੇ ਨੇ। ਕਰ ਕਿਉਂ ਰਹੇ ਨੇ? ਉਹਦਾ ਰੀਜ਼ਨ ਇਹ ਹੈ ਕਿ ਬੰਦਾ ਆਪਣੇ ਸਰੀਰਕ ਜੀਵਨ ਨੂੰ ਸदैਵੀ ਸਮਝ ਲੈਂਦਾ ਹੈ ਕਿ ਮੈਂ ਸਦਾ ਰਹਿਣਾ। ਹੁਣ ਕਰੋਨਾ ਨਾਲ ਕਿੰਨੇ ਲੋਕ ਵਿਚਾਰੇ ਮਰ ਰਹੇ ਨੇ, ਤੇ ਫੀਲਿੰਗ ਆਉਂਦੀ ਹੈ ਨਾ, ਯਾਰ ਦੂਜਿਆਂ ਨੂੰ ਹੋਣਾ, ਮੈਨੂੰ ਥੋੜਾ ਹੋਣਾ। ਜਦੋਂ ਕੋਈ ਮਰਦਾ ਵੀ ਹੈ ਇੰਝ ਲੱਗਦਾ ਵੀ ਉਹ ਮਰ ਗਿਆ, ਮੈਂ ਨਹੀਂ ਮਰਨ ਲੱਗਾ। ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਵੇਖਦੇ ਆ ਨਾ, ਵਿਚਾਰਾ ਬਜ਼ੁਰਗ ਹੋਇਆ ਹੁੰਦਾ ਹੈ, ਲੱਕ ਉਹਦਾ ਟੇਢਾ ਹੋ ਜਾਂਦਾ ਹੈ, ਦਿਸਦਾ ਨਹੀਂ, ਤੇ ਫੀਲਿੰਗ ਐਵੇਂ ਹੀ ਆਉਂਦੀ ਹੈ ਵੀ ਇਹ ਬੁੱਢਾ ਹੋ ਗਿਆ, ਮੇਰੀ ਹਾਲਤ ਇਹ ਨਹੀਂ ਹੋਣੀ ਸਾਰਿਆਂ ਦੀ ਹੈ। ਤਾਂ ਬੰਦਾ ਆਪਣੇ ਆਪ ਨੂੰ ਸदैਵੀ ਸਮਝ ਬੈਂਦਾ ਕਿ ਮੈਂ ਇੱਥੇ ਸਦਾ ਰਹਿਣਾ, ਇਹ ਜਿਹੜੇ ਪਦਾਰਥ ਨੇ ਸਾਰੇ ਮੇਰੇ ਕੋਲ ਹੋਣੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਪਿਆਰਿਆ ਇਹ ਤੇਰਾ ਇੱਕ ਭੁਲੇਖਾ ਹੈ। ਅਗਲਾ ਬਚਨ ਕਰਦੇ ਨੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਕੱਪੜ ਦਾ ਮਤਲਬ ਆ ਤੇਰਾ ਸਰੀਰ, ਰੂਪ ਦਾ ਮਤਲਬ ਸੁੰਦਰਤਾ, ਸੋਹਣੇ ਨੈਣ ਨਕਸ਼, ਇਹ ਸਾਰਾ ਕੁਝ ਇਸ ਦੁਨੀਆ ਅੰਦਰ ਹੀ ਛੱਡ ਜਾਣਾ, ਦੁਨੀਆ ਦੇ ਵਿੱਚ ਰਹਿੰਦੇ ਹੀ ਛੱਡ ਜਾਣਾ। ਦੇਖੋ ਸਾਡਾ ਸਰੀਰ ਹੈ, ਬੱਚੇ ਸਾਂ ਜਦੋਂ ਅਸੀਂ ਕਿੰਨੇ ਸੋਹਣੇ ਸਨ, ਸਾਰੇ ਹੀ ਸੋਹਣੇ ਹੁੰਦੇ ਨੇ, ਨਿੱਕੇ ਨਿੱਕੇ ਬੱਚੇ ਸੋਹਣੇ ਹੁੰਦੇ ਨੇ, ਫਿਰ ਥੋੜੇ ਵੱਡੇ ਹੁੰਦੇ ਨੇ, ਜਵਾਨੀ ਤੱਕ ਉਹ ਸੋਹਣੇ ਨੇ, ਤੇ ਹੌਲੇ ਹੌਲੇ ਝੁਰੜੀਆਂ ਪੈਣ ਲੱਗ ਜਾਂਦੀਆਂ ਨੇ, ਥੋੜੇ ਦਿਨ ਵਾਲ ਵੂਲ ਕਾਲੇ ਕਰੀਦੇ ਨੇ, ਲੇਕਿਨ ਫਿਰ ਨਹੀਂ ਬਾਤ ਬਣਦੀ, ਗੋਡੇ ਨਹੀਂ ਤੁਰਦੇ,
ਅੱਖਾਂ ਅੰਦਰ ਵੜ ਜਾਂਦੀਆਂ ਨੇ, ਫਿਰ ਹੌਲੇ ਹੌਲੇ ਚਸ਼ਮਾ ਲਵਾਉਣਾ ਹੀ ਪੈ ਜਾਂਦਾ। ਮੈਨੂੰ ਵੀ ਲੱਗਾ, ਤੁਹਾਨੂੰ ਵੀ। ਗੋਡੇ ਹੌਲੇ ਹੌਲੇ ਰਹਿ ਜਾਂਦੇ ਨੇ ਤੇ ਰੂਪ ਗਿਆ ਨਾ, ਉਹ ਸੁੰਦਰਤਾ ਕਿੱਧਰ ਗਈ? ਬਚਪਨ ਜਵਾਨੀ ਵਿੱਚ ਬਦਲ ਗਿਆ, ਜਵਾਨੀ ਬੁਢੇਪੇ ਵਿੱਚ ਬਦਲ ਗਈ, ਹੁਣ ਬੁਢੇਪਾ ਅੱਗੇ, ਰੂਪ ਇੱਥੇ ਹੀ ਰਹਿ ਗਿਆ ਤੇ ਅਖੀਰ ਇੱਕ ਦਿਨ ਮਰ ਜਾਣਾ। ਤੇ ਜਦੋਂ ਇਸ ਰੂਪ ਨੇ ਸਦਾ ਰਹਿਣਾ ਹੀ ਨਹੀਂ, ਤੇ ਫਿਰ 4 ਦਿਨ ਵਾਸਤੇ ਹੰਕਾਰ ਕਿਉਂ? ਜਦੋਂ ਮਰ ਹੀ ਜਾਣਾ ਇੱਕ ਦਿਨ, ਤੇ ਫਿਰ ਜਿਉਂਦਿਆਂ ਤੇ ਨਾ ਮਰੋ ਯਾਰ, ਜਿਉਂਦੇ ਤੇ ਜ਼ਿੰਦਗੀ ਜੀ ਲਓ। ਮਰ ਤੇ ਇੱਕ ਦਿਨ ਜਾਣਾ ਹੀ ਹੈ, ਤੇ ਫਿਰ ਜ਼ਮੀਰ ਤੇ ਨਹੀਂ ਮਾਰਨੀ ਨਾ, ਆਤਮਿਕ ਜੀਵਨ ਜੀ ਲਓ। ਦੇਖੋ, ਜਿੱਦਣ ਬੰਦਾ ਮਰਦਾ ਆਕੜ ਜਾਂਦਾ ਨਾ, ਤੇ ਜਦੋਂ ਇੱਕ ਦਿਨ ਆਕੜ ਹੀ ਜਾਣਾ ਹੈ, ਤੇ ਜਿਉਂਦੇ ਤੇ ਨਾ ਆਕੜੇ ਫਿਰੋ। ਜਿਉਂਦਾ ਸੀਸ ਝੁਕਾ ਲਓ, ਥੋੜਾ ਫਤਿਹ ਬੁਲਾ ਲਿਆ ਕਰੋ ਇੱਕ ਦੂਜੇ ਨੂੰ, ਥੋੜਾ ਹੱਥ ਝੁਕਾ ਲਓ, ਕਿਸੇ ਬਜ਼ੁਰਗਾਂ ਦੇ ਗੋਡਿਆਂ ਨੂੰ ਹੱਥ ਲਾ ਲਓ, ਵੱਡਿਆਂ ਦਾ ਸਤਿਕਾਰ ਕਰ ਲਓ, ਹਮ ਉਮਰ ਨਾਲ ਪਿਆਰ ਕਰ ਲਓ, ਨੀਵਿਆਂ ਨਾਲ ਸਨੇਹ ਕਰ ਲਓ। ਕਿਉਂ ਆਕੜੇ ਫਿਰਦੇ ਹੋ? ਇੱਕ ਦਿਨ ਆਕੜ ਜਾਣਾ ਹੈ, ਤੇ ਐਵੇਂ ਆਕੜਨੇ ਬਾਹਾਂ ਵੀ ਸਿੱਧੀਆਂ ਨਹੀਂ ਹੋਣੀਆਂ। ਤਮੀਜ਼ ਪਾਉਣ ਲਈ ਕਈ ਵਾਰੀ ਕਫਨ ਵੀ ਪਾੜ ਕੇ ਪਾਣਾ ਪੈਂਦਾ। ਤਾਂ ਗੁਰੂ ਜੀ ਕਹਿੰਦੇ ਨੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਤੇ ਨਾਲ ਕਹਿੰਦੇ ਨੇ, ਤੇਰਾ ਇਹ ਰੂਪ, ਤੇਰੇ ਧਨ ਦੌਲਤ ਯਾਰ ਸदैवी ਨਹੀਂ, ਹੰਕਾਰ ਨਾ ਕਰ ਇਹਨਾਂ ਦਾ ਨਾ। ਅਗਲਾ ਬਚਨ ਕਰਦੇ ਨੇ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਦੇਖੋ, ਮੰਦਾ ਕੰਮ ਕਰਦੇ ਆ ਜਾਂ ਚੰਗਾ ਕਰਦੇ ਆ, ਤਾਂ ਮੰਦੇ ਔਰ ਚੰਗੇ ਆਪਣੇ ਕਰਮ ਦਾ ਫਲ ਆਪ ਹੀ ਭੁਗਤਣਾ ਪੈਣਾ। ਜੇ ਮੈਂ ਚੰਗਾ ਕੋਈ ਕੰਮ ਕੀਤਾ ਨਾ, ਤੇ ਮੈਨੂੰ ਉਹਦਾ ਚੰਗਾ ਫਲ ਮਿਲੇਗਾ, ਤੇ ਜੇ ਮੈਂ ਮੰਦਾ ਕੰਮ ਕੀਤਾ ਤੇ ਉਹਦਾ ਫਲ ਮੇਰੇ ਥਾਂ ਕਿਸੇ ਦੂਜੇ ਨੂੰ ਨਹੀਂ, ਮੈਨੂੰ ਹੀ ਭੁਗਤਣਾ ਪੈਣਾ। ਇਹ ਚੀਜ਼ ਨੂੰ ਨਾ ਥੋੜਾ ਜਿਹਾ ਸਮਝਣਾ। ਸਾਨੂੰ ਇਹ ਕਿਹਾ ਜਾਂਦਾ ਵੀ ਮਰਨ ਤੋਂ ਬਾਅਦ ਹੀ ਜਾ ਕੇ ਭੋਗਣਾ ਪੈਣਾ, ਤੇ ਬੰਦਾ ਸੋਚਦਾ ਯਾਰ ਠੱਗੀਆਂ ਠੁੱਗੀਆਂ ਮਾਰੋ ਆਪਣੇ ਬੱਚਿਆਂ ਵਾਸਤੇ, ਜੇ ਉੱਤੇ ਜਾਣਾ ਕੋਈ 4 ਜੁੱਤੀਆਂ ਪੈ ਵੀ ਜਾਣੀਆਂ ਤੇ ਉੱਥੇ ਕਿਹੜਾ ਕੋਈ ਵਹਿੰਦਾ ਹੋਣਾ, ਖਾ ਲਾਂਗੇ 4। ਇਹ ਨਹੀਂ ਹੈ। ਐਸੇ ਦੁਨੀਆ ਵਿੱਚ ਨਾਲ ਦੇ ਨਾਲ ਇਹ ਕਰ ਕਰੇ ਸੋ ਇਹ ਕਰ। ਦੇਖੋ, ਅਸੀਂ ਸਾਰੇ ਵੀਰ ਭਰਾ ਬੈਠੇ ਆ, ਕਿੰਨੀ ਸ਼ਾਂਤੀ ਨਾਲ ਤੁਸੀਂ ਨਾ ਸੁਣ ਰਹੇ ਹੋ। ਤੁਹਾਡਾ ਬਾਡੀ ਲੈਂਗੁਏਜ ਕਹਿ ਰਹੀ ਕਿ ਇਹਨਾਂ ਗੱਲਾਂ ਦੇ ਨਾਲ ਤੁਸੀਂ ਬਿਲਕੁਲ ਐਗਰੀ ਔਰ ਬੜੇ ਧਿਆਨ ਦੇ ਨਾਲ ਸੁਣ ਰਹੇ ਹੋ। ਖੁਸ਼ੀ ਹੈ ਨਾ ਇਸ ਟਾਈਮ ਅੰਦਰ, ਮੈਂ ਵੀ ਖੁਸ਼ ਸੀ। ਪਰ ਜੇ ਸਾਡੇ ਮਨ ਦੇ ਅੰਦਰ ਈਰਖਾ ਪੈਦਾ ਹੋ ਜਾਏ, ਮੇਰੇ ਮਨ ਅੰਦਰ ਕਿਸੇ ਵੀਰ ਵਾਸਤੇ ਈਰਖਾ ਪੈਦਾ ਹੋ ਜਾਏ, ਈਰਖਾ ਮੈਂ ਕੀਤੀ, ਮਾੜਾ ਕੰਮ ਹੈ ਨਾ, ਤੇ ਉਹਦਾ ਨਤੀਜਾ ਮੈਨੂੰ ਹੁਣੇ ਹੀ ਨਾਲ ਦੇ ਨਾਲ ਮਿਲ ਗਿਆ, ਮੇਰੀ ਖੁਸ਼ੀ ਖਤਮ ਹੋ ਗਈ, ਹੁਣ ਮੈਂ ਅੰਦਰੇ ਅੰਦਰ ਸੜ ਰਿਹਾ ਹਾਂ। ਮੰਨ ਲਓ ਤੁਹਾਡੇ ਅੰਦਰ ਮੇਰੇ ਪ੍ਰਤੀ ਕੋਈ ਮਾੜੀ ਭਾਵਨਾ ਪੈਦਾ ਹੋ ਗਈ, ਈਰਖਾ, ਦੂਜਿਆਂ ਨੂੰ ਤੇ ਪਤਾ ਨਹੀਂ, ਪਰ ਤੁਹਾਨੂੰ ਨਾਲ ਦੇ ਨਾਲ ਫਲ ਮਿਲ ਗਿਆ, ਅੰਦਰੋਂ ਖੁਸ਼ੀ ਖਤਮ ਹੋ ਗਈ, ਈਰਖਾ ਦੀ ਅੱਗ ਬਲ ਗਈ। ਤਾਂ ਮਾਨਸਿਕ ਤੌਰ ਤੇ ਬੰਦਾ ਆਪਣੇ ਕਰਮਾਂ ਦੇ ਨਾਲ ਖੁਸ਼ੀ ਵੀ ਹਾਸਲ ਕਰਦਾ ਹੈ ਔਰ ਪਰੇਸ਼ਾਨੀ ਵੀ ਹਾਸਲ ਕਰਦਾ ਹੈ, ਔਰ ਹਰ ਇੱਕ ਨੂੰ ਆਪਣੇ ਕਰਮ ਦਾ ਫਲ ਭੋਗਣਾ ਪੈਂਦਾ ਹੈ। ਜੇ ਨੈਗੇਟਿਵ ਸੋਚੋਗੇ ਨਾ, ਤੇ ਉਸ ਨੈਗੇਟਿਵਿਟੀ ਦਾ ਫਲ ਤੁਹਾਨੂੰ ਹੀ ਭੁਗਤਣਾ ਪੈਣਾ ਹੈ। ਅਸੀਂ ਸੋਚਦੇ ਹਾਂ ਇਹ ਦੁਨੀਆ ਬੜੀ ਮਾੜੀ ਹੈ, ਇੱਥੇ ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਪਾਪ ਅਪਰਾਧ ਵੱਧ ਗਏ ਨੇ, ਇਹ ਦੁਨੀਆ ਵਿੱਚ ਨਿਰੇ ਦੁੱਖ ਹੀ ਦੁੱਖ ਨੇ, ਅਸੀਂ ਕਹਿੰਦੇ ਆ ਨਾ, ਤੇ ਇਹ ਕਹਿਣ ਦਾ ਨਤੀਜਾ ਸਾਨੂੰ ਹੀ ਭੁਗਤਣਾ ਪੈਂਦਾ। ਸਾਨੂੰ ਦੁੱਖ ਦਿਸਦੇ ਨੇ, ਅਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ, ਬੇਵਿਸ਼ਵਾਸੀ, ਅੱਗੋਂ ਸਾਨੂੰ ਫਲ ਵੀ ਐਵੇਂ ਮਿਲਦਾ। ਤੇ ਕੁਝ ਲੋਕ ਨੇ ਉਹ ਕਹਿੰਦੇ ਨੇ ਦੁਨੀਆ ਤੇ ਰੱਬ ਦਾ ਘਰ ਹੈ ਯਾਰ, ਬੜੀ ਸੁਹਾਵਣੀ ਦੁਨੀਆ, ਬੜੇ ਚੰਗੇ ਲੋਕ ਨੇ, ਇੱਥੇ ਤਾਂ ਪਸ਼ੂਆਂ ਪੰਛੀਆਂ ਦੀਆਂ ਡਾਰਾਂ ਫਿਰਦੀਆਂ ਵੇਖੀਆਂ ਜਾਂਦੀਆਂ ਨੇ, ਨਦੀਆਂ ਨੇ, ਝੀਲਾਂ ਨੇ, ਦਰਿਆ ਨੇ, ਮੋਰ ਕੁਹੂ ਕੁਹੂ ਕਰ ਰਹੇ ਨੇ, ਕੋਇਲਾਂ ਬੋਲ ਰਹੀਆਂ ਨੇ, ਇੱਥੇ ਤਾਰੇ ਨੇ, ਆਕਾਸ਼ ਮੰਡਲ ਵਿੱਚ ਕਿੰਨੀ ਸੁੰਦਰਤਾ ਹੈ, 4 ਚੁਫੇਰੇ ਸਫਲਤਾਵਾਂ ਦੇ ਮੌਕੇ ਨੇ, 4 ਚੁਫੇਰੇ ਪ੍ਰਸੰਨਤਾਵਾਂ ਨੇ। ਉਹ ਐਵੇਂ ਸੋਚਦੇ ਨੇ, ਉਹਨਾਂ ਨੂੰ ਐਵੇਂ ਮਿਲ ਜਾਂਦਾ, ਚੰਗਾ ਮਿਲ ਜਾਂਦਾ। ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਕੀ ਪਾਣਾ ਚਾਹੁੰਦੇ ਹਾਂ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ। ਅੱਗੇ ਜਾਵਣਾ ਦਾ ਮਤਲਬ ਜਿੱਥੇ ਖੁਸ਼ੀ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ, ਹਾਸਲ ਕਰਨਾ ਚਾਹੁੰਦੇ ਹਾਂ ਖੁਸ਼ੀ, ਔਰ ਹੁਕਮ ਕੀਏ ਮਨ ਭਾਵਦੇ, ਮਨ ਭਾਉਂਦੇ ਹੁਕਮ ਚਲਾ ਰਹੇ ਹਾਂ, ਹੰਕਾਰ ਦੇ ਅੰਦਰ ਅਸੀਂ ਆਰਡਰ ਦੇ ਰਹੇ ਹਾਂ, ਇਹ ਨਹੀਂ ਕਰ, ਮੇਰੇ ਗਲੀ ਦੇ ਵਿੱਚੋਂ ਲੰਘ ਕੇ ਵੇਖੀ, ਅਸੀਂ ਹੁਕਮ ਚਲਾ ਰਹੇ ਹਾਂ। ਮਨ ਭਾਵਦੇ ਦਾ ਮਤਲਬ ਨਜਾਇਜ਼ ਹੁਕਮ, ਤੇ ਚਾਹੁੰਦੇ ਹਾਂ ਖੁਸ਼ੀ, ਤੇ ਉਹ ਖੁਸ਼ੀ ਤੇ ਭੀੜੇ ਰਾਹ ਦੇ ਵਿੱਚੋਂ ਨਿਕਲਣਾ ਪੈਣਾ, ਨਿਮਰਤਾ ਦੇ ਵਿੱਚੋਂ, ਤੇ ਅਸੀਂ ਹੰਕਾਰ ਵਿੱਚ ਫੁੱਟੇ ਹਾਂ। ਭਗਤ ਕਬੀਰ ਜੀ ਨੇ ਬੜਾ ਪਿਆਰਾ ਬਚਨ ਕੀਤਾ, ਕਹਿਣ ਲੱਗੇ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ। ਮੰਨ ਲਓ ਸਪੋਜ਼ ਕਿ ਮੁਕਤੀ ਦਾ ਦੁਆਰਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ ਹੈ। ਮਨ ਤੋਂ ਮੈਗਲ ਹੋਏ ਰਹੋ, ਤੇ ਮਨ ਹੰਕਾਰ ਦੇ ਨਾਲ ਹਾਥੀ ਬਣਿਆ ਪਿਆ ਹੈ,
निकसो क्यों के जाए, उस दरवाजे तो निकल के किवें मुक्ति हासिल, हाथी किवें निकले। फिर ਇਹਦਾ ਸੋਲੂਸ਼ਨ ਦੱਸਦੇ ਨੇ, ਐਸਾ ਸਤਿਗੁਰ ਜੇ ਮਿਲੇ ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ। ਕਿ ਜੇ ਗੁਰੂ ਮਿਲ ਪਵੇ, ਗੁਰੂ ਰਹਿਮਤ ਕਰਕੇ ਗਿਆਨ ਦੀ ਦਾਤ ਦਵੇ, ਤਾਂ ਮੁਕਤੀ ਦਾ ਦੁਆਰਾ ਮੋਕਲਾ ਹੋ ਜਾਂਦਾ, ਜਦੋਂ ਮਰਜ਼ੀ ਆਓ ਜਾਓ। ਪਰ ਸਾਡੀ ਸਮਝ 'ਚ ਫਿਰ ਵੀ ਨਹੀਂ ਬੈਠਾ ਵੀ ਗੁਰੂ ਉਪਦੇਸ਼ ਦਵੇਗਾ ਤੇ ਮੁਕਤੀ ਦਾ ਦੁਆਰਾ ਮੋਕਲਾ ਕਿਵੇਂ ਹੋ ਜਾਏਗਾ। ਅੱਗੇ ਗੁਰੂ ਜੀ ਨੇ ਇਹਨੂੰ ਹੋਰ ਸ਼ਲੋਕ ਵਿੱਚ ਫਿਰ ਖੋਲਿਆ, ਕਹਿਣ ਲੱਗੇ ਨਾਨਕ ਮੁਕਤ ਦੁਆਰਾ ਅਤ ਨੀਕਾ, ਕਿ ਮੁਕਤੀ ਦਾ ਰਾਸਤਾ ਬੜਾ ਨਿੱਕਾ ਹੈ। ਨਾਨਾ ਹੋਏ ਸੋ ਜਾਏ, ਜਿਹੜਾ ਨਿੱਕੇ ਤੋਂ ਵੀ ਨਿੱਕਾ ਹੋ ਜਾਏਗਾ ਉਹ ਉਹਦੇ ਵਿੱਚੋਂ ਲੰਘ ਸਕਦਾ। ਮੰਨ ਲਓ ਮੁਕਤੀ ਦਾ ਦੁਆਰਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ ਹੈ, ਤੇ ਤੁਸੀਂ ਰਾਈ ਦੇ ਦਾਣੇ ਦੇ 12ਵੇਂ ਹਿੱਸੇ ਜਿੰਨਾ ਬਰੀਕ ਬਣ ਜਾਓ, ਉਹਦੇ ਵਿੱਚੋਂ ਲੰਘ ਜਾਓ, ਮੁਕਤੀ ਦਾ ਦੁਆਰਾ ਮੋਕਲਾ ਹੋ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਅੱਗੇ ਜਿਹੜਾ ਹੈ ਨਾ ਰਾਹ ਭੀੜੇ, ਅੱਗੇ ਜਾਵਣਾ, ਭੀੜੇ ਰਾਹ ਦੇ ਵਿੱਚੋਂ ਜਾਣਾ, ਅੱਗੇ ਭਾਵ ਨਿਮਰਤਾ ਦੇ ਵਿੱਚੋਂ ਲੰਘ ਕੇ ਰੱਬ ਤੱਕ ਪਹੁੰਚਣਾ। ਨਿਮਰਤਾ ਆਏਗੀ ਤਾਂ ਜੀਵਨ ਦੇ ਅੰਦਰ ਗੁਣ ਚੰਗਿਆਈਆਂ ਤੱਤ ਆਉਣਗੇ। ਪਰ ਤੂੰ ਤੇ ਹੁਕਮ ਕੀਏ ਮਨ ਭਾਵਦੇ, ਤੂੰ ਤੇ ਮਨ ਪਾਉਂਦੇ ਹੰਕਾਰ ਵਾਲੇ ਹੁਕਮ ਕਰਦਾ ਫਿਰਨਾ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਹੁਣ ਨੰਗਾ ਦੋਜਕ ਐਸੇ ਦੁਨੀਆ ਦੀ ਗੱਲ ਹੈ। ਨੰਗੇ ਦਾ ਮਤਲਬ ਜ਼ਰੂਰੀ ਨਹੀਂ ਕਿ ਉਹਦੇ ਕੱਪੜੇ ਹੀ ਲਾਏ ਜਾਣ। ਇੱਥੇ ਨੰਗੇ ਦਾ ਮਤਲਬ ਹੈਗਾ ਪਰਦੇ ਫਾਸ਼ ਕਰਨੇ, ਕਿ ਉਹਨਾਂ ਨੇ ਵੀ ਉਹ ਤੇ ਫਲਾਣਾ ਬੰਦਾ ਤੇ ਨੰਗਾ ਹੋ ਗਿਆ ਕਹਿੰਦੇ ਆ ਨਾ। ਨੰਗੇ ਦਾ ਮਤਲਬ ਇਹ ਨਹੀਂ ਕਿ ਉਹਨੇ ਕੱਪੜੇ ਲਾ ਦਿੱਤੇ ਹੁੰਦੇ ਨੇ। ਨੰਗੇ ਦਾ ਮਤਲਬ ਹੁੰਦਾ ਹੈ ਕਿ ਉਹਦਾ ਜਿਹੜਾ ਪਰਦੇ ਦੇ ਅੰਦਰ ਕੀਤਾ ਹੋਇਆ ਕਰਮ ਸੀ ਨਸ਼ਰ ਹੋ ਗਿਆ, ਚੋਰੀ ਫੜੀ ਗਈ, ਨੰਗਾ ਹੋ ਗਿਆ, ਨੰਗਾ ਚਿੱਟਾ ਫੜਿਆ ਗਿਆ। ਹੁਣ ਨੰਗਾ ਦੋਜਕ ਚਾਲਿਆ, ਜਦੋਂ ਇਹੋ ਜਿਹੇ ਕਰਮ ਕਰਨ ਵਾਲਾ ਬੰਦਾ 4 ਬੰਦਿਆਂ ਦੇ ਵਿੱਚ ਉਹਦਾ ਪਾ ਉਘੇੜਿਆ ਜਾਏ, ਤੇ ਦੋਜਕ ਚਾਲਿਆ ਦਾ ਮਤਲਬ ਉਹ ਵਿਕਾਰਾਂ ਦੇ ਵਿੱਚ ਪਿਆ ਰਹਿੰਦਾ ਨਾ, ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਚਾਲਿਆ ਦਾ ਮਤਲਬ ਸੜਦਾ ਰਿਹਾ, ਕਦੇ ਕਾਮ ਵਿੱਚ ਸੜਿਆ, ਕ੍ਰੋਧ ਵਿੱਚ ਸੜਿਆ। ਇਹੀ ਦੋਜਕ ਹੈ, ਇਹੀ ਨਰਕ ਹੈ। ਤੇ ਬੰਦੇ ਦੇ ਜਦੋਂ ਪਰਦੇ ਫਾਸ਼ ਹੁੰਦੇ ਨੇ ਤਾਂ ਦਿਸੇ ਖਰਾ ਡਰਾਵਣਾ, ਤਾਂ ਬੜਾ ਡਰਾਵਣਾ ਆਪਣਾ ਆਪਾ ਦਿਸਦਾ ਹੈ, ਆਪਣਾ ਆਪਾ ਵੀ ਖਰਾ ਡਰਾਵਣਾ ਦਿਸਦਾ ਹੈ। ਤੇ ਜਦੋਂ ਇਹੋ ਜਿਹੇ ਬੰਦੇ ਦੇ ਪਰਦੇ ਫਾਸ਼ ਹੁੰਦੇ ਨੇ, ਉਹ ਬੰਦਾ ਵੀ ਬੜਾ ਡਰਾਵਣਾ ਦਿਸਦਾ ਹੈ। ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਤਿਨਾ ਮੁਖ ਡਰਾਵਣੇ, ਜਿਨੀ ਵਿਸਾਰਿਓ ਨ ਨਾਉ। ਤੁਸੀਂ ਅੱਜ ਤੋਂ ਮੇਰੇ ਖਿਆਲ 6-7-8 ਸਾਲ ਪਹਿਲਾਂ ਇੱਕ ਖਬਰ ਪੜ੍ਹੀ ਸੀ, ਪਟਿਆਲੇ ਦੇ ਕੋਲ ਪਾਤੜਾਂ ਇੱਕ ਖੂਹੀ ਐਸੀ ਮਿਲੀ ਜਿਹਦੇ ਵਿੱਚ ਮਾਸੂਮ ਬੱਚੀਆਂ ਜੋ ਜਨਮ ਤੋਂ ਪਹਿਲਾਂ ਹੀ ਮਾਰੀਆਂ ਗਈਆਂ, ਉਹਨਾਂ ਦੀਆਂ ਹੱਡੀਆਂ ਨਾਲ ਖੂਹੀ ਭਰੀ ਪਈ ਸੀ। ਕਿੰਨਾ ਡਰਾਵਣਾ ਦਿਸਦਾ ਹੋਏਗਾ ਨਾ ਉਹ ਡਾਕਟਰ ਜਿਨੇ ਉਹਨਾਂ ਬੱਚੀਆਂ ਨੂੰ ਕਤਲ ਕੀਤਾ ਪੇਟ ਵਿੱਚ। ਕਿੰਨੇ ਡਰਾਵਣੇ ਉਹ ਮਾਂ-ਬਾਪ ਦਿਸਦੇ ਹੋਣਗੇ ਨਾ, ਵੀ ਆਹ ਮਾਂ ਆਪਣੇ ਪੇਟ ਦੇ ਵਿੱਚ ਕੁੜੀ ਨੂੰ ਮਰਵਾ ਕੇ ਆ ਰਹੀ ਹੈ, ਇਹ ਸੱਸ ਨੇ ਕਿਹਾ ਸੀ ਮਰਵਾਉਣ ਲਈ, ਇਹਦੇ ਪਤੀ ਨੇ। ਕਿੰਨਾ ਡਰਾਵਣਾ ਦਿਸੇਗਾ ਜਦੋਂ ਬੰਦੇ ਨੂੰ ਪਤਾ ਲੱਗ ਜਾਏ ਵੀ ਯਾਰ ਇਹਨਾਂ ਦੇ ਗੁਆਂਢੀ ਨੇ ਬੱਚਾ ਕਿਡਨੈਪ ਕੀਤਾ ਸੀ, ਉਹਨੂੰ ਕਿਡਨੈਪ ਕਰਕੇ ਮਾਰ ਦਿੱਤਾ ਮਾਸੂਮ ਬੱਚੇ ਨੂੰ। ਕਿੰਨਾ ਡਰਾਵਣਾ ਲੱਗਦਾ ਹੈ ਉਹ ਬੰਦਾ, ਉਹਦੇ ਵੱਲ ਵੇਖਣ ਤੇ ਜੀ ਨਹੀਂ ਨਾ ਕਰਦਾ। ਜਦੋਂ ਕਿਸੇ ਦੇ ਪਰਦੇ ਫਾਸ਼ ਹੁੰਦੇ ਨੇ, ਹੁਣ 2 ਮਿੰਟ ਵਾਸਤੇ ਮੈਂ ਹੀ ਹਾਂ, ਤੁਹਾਡੇ ਵੀਰਾਂ ਭੈਣਾਂ ਨਾਲ ਕਿੰਨੀਆਂ ਚੰਗੀਆਂ ਗੱਲਾਂ ਕਰ ਰਿਹਾ, ਤੇ ਤੁਸੀਂ ਮੇਰੇ ਨਾਲ ਮਿਲਣਾ ਵਰਤਣਾ ਚਾਹੁੰਦੇ ਹੋ, ਪਿਆਰ ਕਰਨਾ ਚਾਹੁੰਦੇ ਹੋ। ਤੇ ਜੇ ਕੱਲ ਨੂੰ ਮੈਂ ਕੋਈ ਐਸਾ ਕਰਮ ਕਰਦਾ ਫੜਿਆ ਜਾਵਾਂ, ਤੇ ਫਿਰ ਤੁਸੀਂ ਕੀ ਕਰੋਗੇ? ਤੁਸੀਂ ਕਹੋਗੇ ਨਾ ਯਾਰ ਐਸਾ ਨਲਾਇਕ ਬੰਦਾ, ਐਸਾ ਨੀਚ ਬੰਦਾ ਹੈ, ਤੇ ਪ੍ਰੇਤ ਹੈ, ਤੇ ਇੰਨਾ ਭਿਆਨਕ ਕੰਮ ਕਰਨ ਵਾਲਾ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਕਿਸੇ ਦੇ ਪਰਦੇ ਫਾਸ਼ ਹੁੰਦੇ ਨੇ ਐਸੇ ਇਨਸਾਨ ਦੇ, ਜੋ ਸਾਰੀ ਜ਼ਿੰਦਗੀ ਵਿਕਾਰਾਂ ਦੇ ਵਿੱਚ ਰਿਹਾ, ਫਿਰ ਉਹ ਦੋਜਕ ਦੀ ਅੱਗ ਵਿੱਚ ਸੜਦਾ ਹੈ, ਭਾਵ ਕਿ ਪਛਤਾਉਂਦਾ ਹੈ। ਤੇ ਅਗਲਾ ਬਚਨ ਕਰਦੇ ਨੇ, ਕਰ ਔਗਣ ਪਛੂਤਾ, ਅਵਗੁਣ ਕਰਕੇ ਜ਼ਿੰਦਗੀ ਦੇ ਅੰਦਰ ਪਛਤਾਵਾ ਮਿਲਦਾ ਹੈ। ਤਾਂ ਇੱਥੇ 3-4 ਕਿਸਮ ਦੇ ਲੋਕ ਬਿਆਨ ਕੀਤੇ ਨੇ। ਇੱਕ ਤੇ ਉਹ ਜਿਹੜੇ ਸਿਮਲ ਰੁੱਖ ਵਰਗੇ ਨੇ, ਜਿਨ੍ਹਾਂ ਨੇ ਕਦੇ ਕਿਸੇ ਦੀ ਹੈਲਪ ਨਹੀਂ ਕੀਤੀ, ਤੇ 2 ਨੰਬਰ ਦੇ ਧੰਦੇ, ਡਰਾਵਣੇ ਨੇ ਨਾ ਉਹ। ਉਸ ਤੋਂ ਬਾਅਦ ਉਹ ਲੋਕ ਡਰਾਵਣੇ ਨੇ ਜਿਹੜੇ ਲੋਕ ਬੜੇ ਨਿਮ ਕੇ ਮੱਥੇ ਟੇਕਦੇ ਨੇ ਸ਼ਿਕਾਰ ਨੂੰ ਮਾਰਨ ਵਾਸਤੇ। ਤੇ ਜਦੋਂ ਉਹਨਾਂ ਦਾ ਪਤਾ ਲੱਗਦਾ ਨਾ ਯਾਰ ਫਲਾਣਾ ਬੰਦਾ ਤੇ ਰੋਜ਼ ਗੁਰਦੁਆਰੇ, ਉਹ ਤੇਰੇ ਕੀ ਉਹਨੇ ਇਹ ਕੰਮ ਕਰ ਦਿੱਤਾ, ਉਹ ਕਿਸੇ ਦੀ ਧੀ ਭੈਣ ਨੂੰ ਕੱਢ ਕੇ ਲੈ ਗਿਆ, ਜਾਂ ਉਹਨੇ ਕਿਸੇ ਦੇ ਕਤਲ ਕਰ ਦਿੱਤਾ, ਬੜੇ ਮੱਥੇ ਟੇਕਦਾ ਹੁੰਦਾ ਸੀ ਯਾਰ। ਇੱਕ ਉਹ ਲੋਕ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ। ਤੀਜੇ ਉਹ ਲੋਕ ਜਿਹੜੇ ਧਰਮੀ ਅਖਵਾਉਂਦੇ ਨੇ, ਜਿਨ੍ਹਾਂ ਨੇ ਧਰਮ ਦਾ ਬਾਣਾ ਪਾਇਆ ਹੋਇਆ, ਪੜ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗੁਲ ਸਮਾਧਨ, ਮੁਖਚੂਤ ਵਿਭੂਖਣ ਸਾਰਨ, ਜਿਹੜੇ ਧਾਰਮਿਕ ਪਹਿਨਾਵੇ ਪਹਿਨ ਕੇ ਤੇ ਇਹੋ ਜਿਹੇ ਝੂਠ ਬੋਲਦੇ ਨੇ ਸ਼ਿੰਗਾਰ ਕੇ ਕਿ ਉਹ ਸੱਚ ਪ੍ਰਤੀਤ ਹੁੰਦੇ ਨੇ। ਇਹਨਾਂ ਦੇ ਜਦੋਂ ਪਰਦੇ ਫਾਸ਼ ਹੁੰਦੇ ਨੇ, ਫਿਰ ਇਹ
ਬ੍ਰਾਹਮਣ ਨੇ ਨਜ਼ਰੀ ਪੈਂਦੇ ਤੇ ਇਸ ਕਰਕੇ ਇਹਨਾਂ ਕਰਮਾਂ ਤੋਂ ਅਸੀਂ ਬਚਣਾ ਹੈ, ਸੰਸਾਰ ਨੂੰ ਵੀ ਬਚਾਣਾ ਹੈ ਔਰ ਇਹ ਗੱਲ ਦੱਸਣੀ ਹੈ ਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਇਹਨਾਂ ਸਾਰਿਆਂ ਦੇ ਅੰਦਰ ਤਬਦੀਲੀ ਆ ਸਕਦੀ ਹੈ। ਜੇ ਕੋਈ ਐਸਾ ਕਰਮ ਕਰ ਰਿਹਾ ਹੈ ਤਾਂ ਉਹਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਉਹਨੂੰ ਕ੍ਰੋਧ ਵਿੱਚ ਆਉਣ ਦੀ ਲੋੜ ਨਹੀਂ, ਉਹਨੂੰ ਜ਼ਰੂਰਤ ਹੈ ਕਿ ਉਹ ਆਪਣੀ ਗਲਤੀ ਨੂੰ ਪ੍ਰਵਾਨ ਕਰੇ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੇ, ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਵੇ ਕਿ ਪਾਤਸ਼ਾਹ ਗਲਤੀ ਹੋ ਗਈ, ਮੁਆਫ ਕਰ ਦਿਓ ਤੇ ਅੱਗੋਂ ਤੋਂ ਮੈਨੂੰ ਸਿੱਧੇ ਮਾਰਗ ਤੇ ਪਾਓ, ਤਾਂ ਉਹਦਾ ਵੀ ਜਿਹੜਾ ਹੈ ਭਲਾ ਹੋ ਸਕਦਾ ਹੈ। ਤੇ ਜੇਕਰ ਐਸਾ ਨਹੀਂ ਕਰਦਾ, ਮਾੜੀ ਜ਼ਿੰਦਗੀ ਕੋਈ ਜੀਂਦਾ ਹੈ ਨਾ, ਤਾਂ ਗੁਰੂ ਜੀ ਕਹਿੰਦੇ ਨੇ ਪਿਆਰਿਓ, ਔਗਣ ਕਰਕੇ, ਪਾਪ ਕਮਾ ਕੇ, 2 ਨੰਬਰ ਦੇ ਧੰਦੇ ਕਰਕੇ ਐਸੀ ਜ਼ਿੰਦਗੀ ਜੀ ਕੇ ਅਖੀਰ ਜ਼ਿੰਦਗੀ ਵਿੱਚ ਪਛਤਾਵਾ ਹੱਥ ਆਏਗਾ, ਪਛਤਾਵੇ ਤੋਂ ਸਿਵਾ ਕੁਛ ਨਹੀਂ ਆਏਗਾ। ਤਾਂ ਮੈਂ ਇੱਥੇ ਹੀ ਇਸ ਵਿਚਾਰ ਨੂੰ ਸਮਾਪਤ ਕਰ